ਤੇ ਇੱਥੇ ਬਿਰਧ ਆਸ਼ਰਮ ਦੇ ਮੈਨੂੰ ਕੈਮਰੇ ਚੈੱਕ ਕਰਨ ਦਾ ਮੌਕਾ ਮਿਲਿਆ ਤੇ ਮੈਂ ਇੱਥੇ ਦੇਖੇ ਬਜ਼ੁਰਗ ਰਹਿ ਰਹੇ ਤੇ ਮੇਰੇ ਮਨ ਦੇ ਵਿੱਚ ਭਾਵਨਾ ਬਣੀ ਤੇ ਮੈਂ ਵੀ ਇੱਥੇ ਇਹਨਾਂ ਬਜ਼ੁਰਗਾਂ ਦੀ ਸੇਵਾ ਸੰਭਾਲ ਕਰਾਂ ਜੀ। ਉਸੇ ਦਿਨ ਤੋਂ ਇੱਥੇ ਸੇਵਾ ਨਿਭਾ ਰਹੇ ਹਾਂ ਜੀ ਆਪਾਂ। ਇਹ ਸਪੋਰਟ ਜਿਹੜੀ ਹੈਗੀ ਹੈ ਪੰਜਾਬ ਪੁਲਿਸ ਮੋਗਾ ਦੇ ਸਾਡੇ ਨਾਲ ਮੁਲਾਜ਼ਮ ਬਹੁਤ ਜੁੜੇ ਹੋਏ ਹੈਗੇ, NRI ਵੀਰ ਮੋਗਾ ਸ਼ਹਿਰ ਵਾਸੀ, ਉਹਨਾਂ ਦੇ ਸਹਿਯੋਗ ਨਾਲ ਹੀ ਇਹ ਜਿਹੜਾ ਬਿਰਧ ਆਸ਼ਰਮ ਚੱਲ ਰਿਹਾ, ਕਿਉਂਕਿ ਤੁਹਾਨੂੰ ਪਤਾ ਹੀ ਇੱਥੇ ਸਕਿੰਟ ਤੇ ਖਰਚਾ ਹੁੰਦਾ ਗਾ। ਬਹੁਤ ਹੀ ਸਤਿਕਾਰਯੋਗ ਸਵਰਗਵਾਸੀ ਦੇਸ ਰਾਜ ਜੀ ਦੇ ਪਰਿਵਾਰ ਵੱਲੋਂ ਇਹ ਜਿਹੜੀ ਹੈਗੀ ਆ ਜੀ, ਇੱਧਰ ਉਹਨਾਂ ਦੇ ਸਰੂਪ ਲੱਗਾ ਹੋਇਆ ਪਿੱਛੇ, ਤੇ ਇਹ ਉਹਨਾਂ ਵੱਲੋਂ ਸਾਨੂੰ ਡੋਨੇਟ ਕੀਤੀ ਗਈ ਆ। ਉਹਨਾਂ ਦੇ ਬੇਟੇ ਅੰਮ੍ਰਿਤਪਾਲ ਸਿੰਘ ਜੀ ਜੋ ਦੁਬਈ ਵਾਲੇ ਆ, ਤੇ ਉਹਨਾਂ ਦੇ ਬੇਟਾ ਇੱਕ ਰਮੇਸ਼ਪਾਲ ਜੀ ਜੋ ਹਾਂਗਕਾਂਗ ਦੇ ਵਿੱਚ ਰਹਿੰਦੇ ਆਗੇ, ਉਹਨਾਂ ਵੱਲੋਂ ਇਹ ਬਜ਼ੁਰਗਾਂ ਲਈ ਇਹ ਜਗ੍ਹਾ ਦੇ ਕੇ ਉਹਨਾਂ ਨੇ ਇਹਨਾਂ ਬਜ਼ੁਰਗਾਂ ਦਾ ਜੀਵਨ ਬਹੁਤ ਸੁਖਾਲਾ ਬਣਾਇਆ। ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ, ਆਪਣੀ ਵਾਈਫ ਦਾ, ਆਪਣੇ ਮਾਤਾ ਪਿਤਾ ਜੀ ਦਾ, ਕਿਉਂਕਿ ਜਿਹੜਾ ਸਮਾਂ ਮੈਂ ਆਪਣੇ ਪਰਿਵਾਰ ਨੂੰ ਦੇਣਾ ਹੁੰਦਾ ਗਾ ਉਹ ਮੈਂ ਉਹਨਾਂ ਦੇ ਸਹਿਯੋਗ ਨਾਲ ਹੀ ਇੱਥੇ ਬਿਰਧ ਆਸ਼ਰਮ ਨੂੰ ਦੇ ਰਿਹਾ ਗਾ, ਕਿਉਂਕਿ ਮੈਨੂੰ ਘਰੋਂ ਬਹੁਤ ਵੱਡੀ ਸਪੋਰਟ ਆਈ। ਜਦੋਂ ਅਸੀਂ ਮਾਤਾ ਜੀ ਨੂੰ ਇੱਥੇ ਲੈ ਕੇ ਆਏ ਤੇ ਇਹਨਾਂ ਨੇ ਦੱਸਿਆ ਮੇਰੇ 4 ਬੇਟੇ ਆ, ਮੇਰੇ ਕੋਲ ਜ਼ਮੀਨ ਵੀ ਸੀਗੀ ਤੇ ਮੇਰੇ ਪਤੀ ਦੀ ਮੌਤ ਹੋ ਚੁੱਕੀ ਹੈਗੀ, ਤੇ ਉਹਨਾਂ ਨੇ ਜਿਹੜੀ ਜ਼ਮੀਨ ਜਾਇਦਾਦ ਵੇਚ ਕੇ 4 ਭੈਣਾਂ ਨੇ ਤੇ 2 ਇਹਦੇ ਬੇਟਿਆਂ ਨੇ ਵੰਡ ਲਈ ਆ, ਤੇ ਮਾਤਾ ਜੀ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢਤਾ ਗਾ। ਮੈਂ ਸਾਰੀ ਦੁਨੀਆ ਨੂੰ ਬੇਨਤੀ ਕਰਦਾ ਕਿ ਜੇਕਰ ਤੁਹਾਡੇ ਕਿਤੇ ਵੀ ਧਿਆਨ ਦੇ ਵਿੱਚ ਬੇਸਹਾਰਾ ਬਜ਼ੁਰਗ ਮਾਤਾ ਪਿਤਾ ਰੁਲਦੇ ਹੋਣ ਤੇ ਸਾਨੂੰ ਦੱਸੋ, ਅਸੀਂ ਉਹਨਾਂ ਦੀ ਇੱਥੇ ਲਿਆ ਕੇ ਸੇਵਾ ਸੰਭਾਲ ਕਰਾਂਗੇ, ਕਿਉਂਕਿ ਸਾਡਾ ਮੇਨ ਮਕਸਦ ਇਹੀ ਹੈਗਾ ਮਨੁੱਖਤਾ ਰੁਲੇ ਨਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਔਨ 에ਅਰ ਲੁਧਿਆਣਾ ਟਾਈਮਸ ਔਰ ਮੈਂ ਹਾਂ ਸੁਖ ਗਿੱਲ। ਅੱਜ ਅਸੀਂ ਤੁਹਾਨੂੰ ਜਿਨ੍ਹਾਂ ਨਾਲ ਮਿਲਾਉਣ ਜਾ ਰਹੇ ਹਾਂ, ਇੱਕ ਵਿਲੱਖਣ ਸੇਵਾ ਕਰ ਰਹੇ ਨੇ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਬਤੌਰ ਹੌਲਦਾਰ ਨੌਕਰੀ ਵੀ ਕਰਦੇ ਨੇ, ਔਰ ਖਾਕੀ ਦੇ ਨਾਮ ਤੇ ਬਹੁਤ ਸਾਰੇ ਧੱਬੇ ਵੀ ਲੱਗੇ ਨੇ, ਬਹੁਤ ਸਾਰੀਆਂ ਉਂਗਲਾਂ ਵੀ ਉੱਡਦੀਆਂ ਨੇ, ਪਰ ਜਿਨ੍ਹਾਂ ਨਾਲ ਅੱਜ ਮਿਲਾਵਾਂਗੇ ਤੁਹਾਨੂੰ ਲੰਮੇ ਸਮੇਂ ਤੋਂ 2018 ਤੋਂ ਲੈ ਕੇ ਅੱਜ ਤੱਕ ਜਿਹੜੇ ਸੇਵਾ ਨਿਭਾ ਰਹੇ ਨੇ, ਲੋਕਾਂ ਦੀ ਸੇਵਾ ਕਰ ਰਹੇ ਨੇ ਨਿਰਸਵਾਰਥ, ਉਹਨਾਂ ਨਾਲ ਵੀ ਮਿਲਾਵਾਂਗੇ ਤੁਹਾਨੂੰ। ਉਹਨਾਂ ਬਜ਼ੁਰਗਾਂ ਨਾਲ ਵੀ ਮਿਲਾਵਾਂਗੇ ਜਿਨ੍ਹਾਂ ਦੇ ਬੱਚਿਆਂ ਨੇ, ਬੇਟਿਆਂ ਨੇ, ਬੇਟੀਆਂ ਨੇ ਘਰੋਂ ਕੱਢ ਦਿੱਤਾ ਔਰ ਲਾਵਾਰਸ ਸੜਕਾਂ ਦੇ ਉੱਪਰ ਰੁਲਣ ਵਾਸਤੇ ਛੱਡ ਦਿੱਤਾ। ਆਪਾਂ ਸਾਰਿਆਂ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਅਸੀਂ ਅੱਜ ਪਹੁੰਚੇ ਹਾਂ ਮੋਗਾ ਦੇ ਗੋਦੇਵਾਲਾ ਸਟੇਡੀਅਮ ਦੇ ਵਿੱਚ, ਉਹਦੇ ਨਜ਼ਦੀਕ ਹੀ ਇੱਕ ਬਿਰਧ ਆਸ਼ਰਮ ਚੱਲ ਰਿਹਾ, ਉਹਦੇ ਬਾਰੇ ਤੁਹਾਨੂੰ ਜਾਣਕਾਰੀ ਵੀ ਦੇਵਾਂਗੇ। ਤਾਂ ਆਓ ਆਪਾਂ ਚੱਲਦੇ ਹਾਂ। ਤਾਂ ਅਸੀਂ ਪਹੁੰਚੇ ਇਸ ਮੌਕੇ ਉਸ ਬਿਰਧ ਆਸ਼ਰਮ ਦੇ ਵਿੱਚ ਜਿੱਥੇ ਕਿ ਪੰਜਾਬ ਪੁਲਿਸ ਦੇ ਨੌਜਵਾਨ ਜਿਹੜੇ ਸੇਵਾ ਨਿਭਾ ਰਹੇ ਨੇ, 2018 ਤੋਂ ਲੈ ਕੇ ਇਹਨਾਂ ਬਜ਼ੁਰਗਾਂ ਦੀ ਸੇਵਾ ਕਰ ਰਹੇ ਨੇ। ਤਾਂ ਆਓ ਤੁਹਾਨੂੰ ਮਿਲਾਉਣੇ, ਉਹਨਾਂ ਨਾਲ ਕਰਾਂਗੇ ਗੱਲਬਾਤ ਕਿ ਉਹ ਕਿੱਥੋਂ ਦੇ ਰਹਿਣ ਵਾਲੇ ਨੇ ਔਰ ਕਿੱਥੇ ਜੌਬ ਕਰਦੇ ਨੇ, ਔਰ ਸਰਕਾਰੀ ਨੌਕਰੀ ਦੇ ਨਾਲ ਉਹ ਬਜ਼ੁਰਗਾਂ ਦੀ ਸੇਵਾ ਵੀ ਕਰਦੇ ਨੇ। ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਦਿਖਾਇਆ ਜਾਵੇ। ਇੱਧਰ ਬਜ਼ੁਰਗ ਨੇ ਜਿਹੜੇ ਲਾਵਾਰਸ ਛੱਡੇ ਹੋਏ ਨੇ, ਜਿਨ੍ਹਾਂ ਦੇ ਪੁੱਤਰ ਧੀਆਂ ਨਹੀਂ ਸਾਂਭਦੇ, ਉਹ ਇੱਥੇ ਬੈੱਡਾਂ ਦੇ ਉੱਪਰ ਮੌਜੂਦ ਨੇ। ਇਹਨਾਂ ਦੀ ਸੇਵਾ ਜਿਹੜੀ ਦਿਨ ਰਾਤ ਇਹ ਪੰਜਾਬ ਪੁਲਿਸ ਦੇ ਨੌਜਵਾਨ ਕਰ ਰਹੇ ਨੇ, ਉਹਨਾਂ ਨਾਲ ਵੀ ਤੁਹਾਨੂੰ ਮਿਲਾਵਾਂਗੇ। ਔਰ ਇੱਧਰ ਵੀ ਬਜ਼ੁਰਗ ਜਿਹੜੇ ਨੇ ਘਰਾਂ ਤੋਂ ਲਾਵਾਰਸ ਕੀਤੇ ਹੋਏ, ਸੜਕਾਂ ਦੇ ਉੱਪਰ ਛੱਡੇ ਹੋਏ ਜਿਹੜੇ ਬਜ਼ੁਰਗ ਨੇ, ਉਹਨਾਂ ਦੀ ਸੇਵਾ ਜਿਹੜੀ ਸਾਂਭ ਸੰਭਾਲ ਆ ਪੰਜਾਬ ਪੁਲਿਸ ਦੇ ਨੌਜਵਾਨ ਆਪਣੀ ਦੇਖ ਰੇਖ ਹੇਠ ਕਰ ਰਿਹਾ। ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਔਰ ਉਹਨਾਂ ਨੂੰ ਪੁੱਛਾਂਗੇ ਕਿ ਕਦੋਂ ਤੋਂ ਲੈ ਕੇ ਇਹ ਜਿਹੜੇ ਬਜ਼ੁਰਗ ਨੇ ਇੱਥੇ ਰਹਿ ਰਹੇ ਨੇ ਉਹਨਾਂ ਕੋਲੇ, ਔਰ ਕਦੋਂ ਤੋਂ ਲੈ ਕੇ ਉਹ ਸੇਵਾ ਕਰ ਰਹੇ ਨੇ। ਆਓ ਤੁਹਾਨੂੰ ਮਿਲਾਉਣੇ ਆ ਉਸ ਨੌਜਵਾਨ ਨਾਲ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਜੌਬ ਵੀ ਕਰਦੇ ਨੇ ਔਰ ਨਾਲ ਦੀ ਨਾਲ ਜਿਹੜਾ ਬਜ਼ੁਰਗਾਂ ਦੀ ਸੇਵਾ ਕਰਦੇ ਨੇ। ਤਾਂ ਵੀਰ ਜੀ, ਸਾਰਿਆਂ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਜੀ। ਥੈਂਕ ਯੂ ਸੋ ਮੱਚ। ਮੈਂ ਤੁਹਾਡਾ ਵੀ ਪਹਿਲਾਂ ਤਾਂ ਔਨ 에ਅਰ ਤੇ ਲੁਧਿਆਣਾ ਟਾਈਮਜ਼ ਦਾ ਬਹੁਤ ਧੰਨਵਾਦ ਕਰਦਾ ਹਾਂ। ਖਾਸ ਕਰਕੇ ਸੁਖ ਗਿੱਲ ਜੀ ਦਾ ਮੈਂ ਬਹੁਤ ਸ਼ੁਕਰੀਆ, ਜਿਹੜਾ ਤੁਸੀਂ ਅੱਜ ਸਾਡੇ ਬਾਬਾ ਹੈਦਰ ਸ਼ੇਖ ਬਿਰਧ ਆਸ਼ਰਮ ਬੇਦੀ ਨਗਰ ਮੋਗਾ ਵਿਖੇ ਪਹੁੰਚੇ ਆ। ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਤੁਹਾਡਾ ਨਾਮ ਕੀ ਔਰ ਤੁਸੀਂ ਰਹਿੰਦੇ ਕਿੱਥੇ ਹੋ? ਬਾਕੀ ਦੀਆਂ ਗੱਲਾਂ ਬਾਅਦ 'ਚ ਕਰਦੇ ਹਾਂ। ਮੇਰਾ ਨਾਮ ਜਸਵੀਰ ਸਿੰਘ ਬਾਵਾ, ਪੰਜਾਬ ਪੁਲਿਸ ਮੋਗਾ। ਮੇਰਾ ਵੈਸੇ ਤਾਂ ਪਿੰਡ ਤਾਂ ਚੜੈਕਾ ਗਾ, ਅਸੀਂ ਮੋਗੇ ਰਹਿ ਰਹੇ ਹਾਂਗੇ 25 ਸਾਲ ਤੋਂ, ਮੋਗਾ ਬਸਤੀ ਗੋਬਿੰਦਗੜ੍ਹ ਮੋਗਾ ਵਿਖੇ ਜੀ। ਇਹ ਜਿਹੜਾ ਬਿਰਧ ਆਸ਼ਰਮ ਤੁਸੀਂ ਚਲਾ ਰਹੇ ਹੋ ਵੀਰ ਜੀ, ਕਿਉਂਕਿ ਪੰਜਾਬ ਪੁਲਿਸ ਦੇ ਉੱਪਰ ਬਹੁਤ ਸਾਰੇ ਧੱਬੇ ਵੀ ਲੱਗੇ, ਪਿੱਛੇ ਆਂਡੇ ਚੋਰੀ ਕਰਨ ਦੀ ਵੀਡੀਓ ਚੱਲੀ ਆ, ਕਿਉਂਕਿ ਬਹੁਤ ਸਾਰੇ ਜਿਹੜੇ ਪੰਜਾਬ ਪੁਲਿਸ ਦੇ ਨਾਮ ਉੱਪਰ ਧੱਬਾ ਨੇ ਨੌਜਵਾਨ, ਕਈ ਜਿਹੜੇ ਮੁਲਾਜ਼ਮ ਨੇ
ਪਰ ਤੁਸੀਂ ਜਿਹੜੇ ਵੱਖਰੀ ਸੇਵਾ ਕਰਦੇ ਹੋ, ਤੁਹਾਡੇ ਵਰਗੇ ਨੌਜਵਾਨ ਨੇ ਜਿਹੜੇ ਨਾਮ ਰੌਸ਼ਨ ਕਰਦੇ ਨੇ ਪੰਜਾਬ ਪੁਲਿਸ ਦਾ ਵੱਖੋ ਵੱਖਰੇ ਤਰੀਕੇ ਨਾਲ। ਬਹੁਤ ਸਾਰੇ ਹੋਰ ਜਿੱਦਾਂ ਸੁਖਵਿੰਦਰ ਪੀਪੀ ਹੋ ਗਿਆ, ਉਹ ਵੀ ਬਹੁਤ ਸੇਵਾ ਕਰ ਰਹੇ ਨੇ। ਤੁਹਾਡਾ ਵੀ ਨਾਮ ਜਿਹੜਾ ਬਹੁਤ ਵੱਡਾ ਨਾਮ ਆ ਬਾਬਾ ਜੀ ਤੁਹਾਡਾ ਪੰਜਾਬ ਪੁਲਿਸ ਦੇ ਵਿੱਚ, ਤੇ ਤੁਸੀਂ ਜਿਹੜੀ ਸੇਵਾ ਕਰ ਰਹੇ ਹੋ, ਇਹ ਕਿੱਦਾਂ ਮਨ ਦੇ ਵਿੱਚ ਖਿਆਲ ਆਇਆ ਤੁਹਾਡਾ? ਇਹ ਇਸ ਤਰ੍ਹਾਂ ਜੀ, ਮੈਂ 2018 ਤੋਂ ਇੱਥੇ ਬਤੌਰ ਮੁੱਖ ਪ੍ਰਬੰਧਕ ਸੇਵਾ ਨਿਭਾ ਰਿਹਾ ਆਪਣੀ ਟੀਮ ਦੇ ਨਾਲ। ਇਹ ਇਸ ਤਰ੍ਹਾਂ ਸਬੱਬ ਬਣਿਆ ਜੀ ਪਰਮਾਤਮਾ ਦੀ ਕਿਰਪਾ ਨਾਲ। ਅਸੀਂ ਨਾ ਇੱਥੇ ਕੈਮਰੇ ਚੈੱਕ, ਸਾਡੀ ਡਿਊਟੀ ਲੱਗੀ ਸੀਗੀ, ਮਤਲਬ ਕਿ ਮੋਗਾ ਸ਼ਹਿਰ ਦੇ ਵਿੱਚ ਜਿੱਥੇ ਜਿੱਥੇ ਕੋਈ ਧਾਰਮਿਕ ਸਥਾਨ ਆ ਉੱਥੋਂ ਦੇ ਕੈਮਰੇ ਚੈੱਕ ਕਰਨੇ ਆ। ਕੈਮਰੇ ਚੈੱਕ ਕਰਨ ਦੇ ਨਾਲ ਨਾਲ ਤੇ ਇੱਥੇ ਬਿਰਧ ਆਸ਼ਰਮ ਦੇ ਮੈਨੂੰ ਕੈਮਰੇ ਚੈੱਕ ਕਰਨ ਦਾ ਮੌਕਾ ਮਿਲਿਆ ਤੇ ਮੈਂ ਇੱਥੇ ਦੇਖੇ ਬਜ਼ੁਰਗ ਰਹਿ ਰਹੇ ਤੇ ਮੇਰੇ ਮਨ ਦੇ ਵਿੱਚ ਭਾਵਨਾ ਬਣੀ ਤੇ ਮੈਂ ਵੀ ਇੱਥੇ ਇਹਨਾਂ ਬਜ਼ੁਰਗਾਂ ਦੀ ਸੇਵਾ ਸੰਭਾਲ ਕਰਾਂ ਜੀ। ਉਸੇ ਦਿਨ ਤੋਂ ਇੱਥੇ ਸੇਵਾ ਨਿਭਾ ਰਹੇ ਹਾਂ ਜੀ ਆਪਾਂ। ਸਰ, ਜਿਹੜਾ ਇਹ ਸੇਵਾ ਤੁਸੀਂ ਦੱਸਿਆ ਕਿ 2018 ਤੋਂ ਲੈ ਕੇ ਤੁਸੀਂ ਇੱਥੇ ਲਗਾਤਾਰ ਨਿਰੰਤਰ ਸੇਵਾ ਕਰ ਰਹੇ ਹੋ, ਤਾਂ ਸੇਵਾ ਕਰਨ ਦੇ ਲਈ ਜਿਹੜਾ ਪੈਸਾ ਆ ਉਹ ਫਿਰ ਕਿੱਥੋਂ ਆਉਂਦਾ, ਜਾਂ ਤੁਸੀਂ ਆਪਣੀ ਜੇਬ 'ਚੋਂ ਖਰਚ ਕਰਦੇ ਹੋ? ਇਸ ਤਰ੍ਹਾਂ ਜੀ, ਸੇਵਾ ਜਿਹੜਾ ਹੈਗਾ ਜੀ, ਜਿਹੜਾ ਪੈਸਾ ਆਉਂਦਾ, ਮੈਂ ਤਾਂ ਪਹਿਲਾਂ ਸਭ ਤੋਂ ਆਪਣੇ ਰੱਬ ਰੂਪੀ ਦਾਨੀ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਕਰਦਾਗਾ, ਜਿਨ੍ਹਾਂ ਦੀ ਬਦੌਲਤ ਬੇਸਾਰਾ ਬਜ਼ੁਰਗਾਂ ਦੀ ਸੇਵਾ ਸੰਭਾਲ ਉਹਨਾਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈਗੀ। ਬਹੁਤ ਹੀ ਪਾਰਦਰਸ਼ੀ ਤਰੀਕੇ ਨਾਲ ਅਸੀਂ ਸੇਵਾ ਨਿਭਾ ਰਹੇ ਹਾਂਗੇ। ਇਹ ਸਪੋਰਟ ਜਿਹੜੀ ਹੈਗੀ ਹੈ ਪੰਜਾਬ ਪੁਲਿਸ ਮੋਗਾ ਦੇ ਸਾਡੇ ਨਾਲ ਮੁਲਾਜ਼ਮ ਬਹੁਤ ਜੁੜੇ ਹੋਏ ਹੈਗੇ, NRI ਵੀਰ, ਮੋਗਾ ਸ਼ਹਿਰ ਵਾਸੀ, ਉਹਨਾਂ ਦੇ ਸਹਿਯੋਗ ਨਾਲ ਹੀ ਇਹ ਜਿਹੜਾ ਬਿਰਧ ਆਸ਼ਰਮ ਚੱਲ ਰਿਹਾ। ਕਿਉਂਕਿ ਤੁਹਾਨੂੰ ਪਤਾ ਹੀ ਇੱਥੇ ਸਕਿੰਟ ਤੇ ਖਰਚਾ ਹੁੰਦਾ ਗਾ। ਸਾਰੇ ਬਜ਼ੁਰਗ ਹੀ ਕਾਫੀ ਉਮਰ ਹੈ ਇਹਨਾਂ ਸਾਰਿਆਂ ਦੀ, 70 ਸਾਲ ਤੋਂ ਅਬਵ ਉਮਰ ਆ ਗਈ। ਤੁਹਾਨੂੰ ਪਤਾ ਹਰ ਇੱਕ ਬਜ਼ੁਰਗ ਨੂੰ ਕੋਈ ਨਾ ਕੋਈ ਬਿਮਾਰੀ ਹੁੰਦੀ ਹੈਗੀ, ਖਰਚੇ ਬਹੁਤ ਆ ਗਏ ਤੇ ਇਹ ਸਾਰੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ, ਉਹਨਾਂ ਦੀ ਸਪੋਰਟ ਨਾਲ ਹੀ ਇਹ ਬਿਰਧ ਆਸ਼ਰਮ ਚੱਲ ਰਿਹਾ ਜੀ। ਜਿੰਨੀ ਜੋਗਾ ਮੈਂ ਹੈਗਾ, ਮੈਂ ਆਪਣੇ ਵੱਲੋਂ ਵੀ ਜੋ ਸਾਡੀ ਪ੍ਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤੀ ਹੈਗੀ ਉਹਦੇ ਮੁਤਾਬਕ ਆਪਣਾ ਵੀ ਦਸਵੰਧ ਕੱਢੀਦਾ ਜੀ। ਸਰ, ਕਿੰਨੇ ਜਿਹੜੇ ਬਜ਼ੁਰਗ ਨੇ ਤੁਹਾਡੇ ਕੋਲ ਤੇ ਕਿੰਨੀਆਂ ਮਾਤਾਵਾਂ ਨੇ ਜਿਨ੍ਹਾਂ ਦੀ ਤੁਸੀਂ ਸੇਵਾ ਕਰ ਰਹੇ ਹੋ? ਇੱਥੇ ਸਾਡੇ ਕੋਲ ਜੀ 11 ਬਜ਼ੁਰਗ ਆ ਜੀ, ਇੱਕ ਮੱਧ ਬੁੱਧੀ ਬੱਚਾ ਜਿਹਦੀ ਉਮਰ 20 ਸਾਲ ਦੀ ਆ ਤੇ 5 ਮਾਤਾ ਸਾਡੇ ਕੋਲ ਰਹਿ ਰਹੀਆਂ ਜੀ ਇੱਥੇ। ਸਰ, ਜਿਹੜੀ ਇਹ ਜਿੱਥੇ ਤੁਸੀਂ ਇਹ ਬਿਰਧ ਆਸ਼ਰਮ ਬਣਾਇਆ ਹੋਇਆ, ਇਹ ਥਾਂ ਜਿਹੜੀ ਜਗ੍ਹਾ ਹੈ, ਇਹ ਕਿਹਦੀ ਆ? ਇਹ ਵੀ ਤੁਹਾਡਾ ਬਹੁਤ ਇੰਪੋਰਟੈਂਟ ਕੁਐਸਚਨ ਆ ਜੀ। ਸਾਡੇ ਬਹੁਤ ਹੀ ਸਤਿਕਾਰਯੋਗ ਸਵਰਗਵਾਸੀ ਦੇਸਰਾਜ ਜੀ ਦੇ ਪਰਿਵਾਰ ਵੱਲੋਂ ਇਹ ਜਿਹੜੀ ਹੈਗੀ ਆ ਜੀ, ਇੱਧਰ ਉਹਨਾਂ ਦੇ ਸਰੂਪ ਲੱਗਾ ਹੋਇਆ ਪਿੱਛੇ, ਤੇ ਇਹ ਉਹਨਾਂ ਵੱਲੋਂ ਸਾਨੂੰ ਡੋਨੇਟ ਕੀਤੀ ਗਈ ਆ। ਉਹਨਾਂ ਦੇ ਬੇਟੇ ਅੰਮ੍ਰਿਤਪਾਲ ਸਿੰਘ ਜੀ ਜੋ ਦੁਬਈ ਵਾਲੇ ਆ, ਤੇ ਉਹਨਾਂ ਦੇ ਬੇਟਾ ਇੱਕ ਰਮੇਸ਼ਪਾਲ ਜੀ ਜੋ ਹਾਂਗਕਾਂਗ ਦੇ ਵਿੱਚ ਰਹਿੰਦੇ ਆਗੇ, ਉਹਨਾਂ ਵੱਲੋਂ ਇਹ ਬਜ਼ੁਰਗਾਂ ਲਈ ਇਹ ਜਗ੍ਹਾ ਦੇ ਕੇ ਉਹਨਾਂ ਨੇ ਇਹਨਾਂ ਬਜ਼ੁਰਗਾਂ ਦਾ ਜੀਵਨ ਬਹੁਤ ਸੁਖਾਲਾ ਬਣਾਇਆ ਤੇ ਹੁਣ ਬਹੁਤ ਵਧੀਆ ਜ਼ਿੰਦਗੀ ਆਪਣੀ ਇੱਥੇ ਬਸਰ ਕਰ ਰਹੇ ਨੇ ਤੇ ਉਹਨਾਂ ਵੱਲੋਂ ਸਾਨੂੰ ਸਮੇਂ-ਸਮੇਂ ਤੇ ਵੀ ਸਪੋਰਟ ਕੀਤੀ ਜਾ ਰਹੀ ਹੈ ਜੀ। ਇਹ ਮਤਲਬ ਜਗ੍ਹਾ ਡੋਨੇਟ ਕੀਤੀ ਉਹਨਾਂ ਨੇ ਇਹ ਬਿਰਧ ਆਸ਼ਰਮ ਨੂੰ, ਜਾਂ ਮਤਲਬ ਵੈਸੇ ਹੀ ਉਹਨਾਂ ਦੇ ਨਾਮ ਤੇ ਹੀ ਚੱਲ ਰਹੀ ਹੈ? ਇਹ ਉਹਨਾਂ ਦੇ ਨਾਮ ਤੇ ਜਗ੍ਹਾ ਚੱਲ ਰਹੀ ਹੈ ਜੀ। ਇਹ ਬਾਬਾ ਹੈਦਰ ਸ਼ੇਖ ਬਿਰਧ ਆਸ਼ਰਮ ਸਾਹਮਣੇ ਦਰਗਾਹ ਬਣੀ ਹੋਈ ਹੈਗੀ, ਉਹਨਾਂ ਦੀ ਰਜਿਸਟਰਡ ਸੰਸਥਾ ਜੀ। ਬਾਬਾ ਹੈਦਰ ਸ਼ੇਖ ਬਿਰਧ ਆਸ਼ਰਮ ਬੇਦੀ ਨਗਰ ਮੋਗਾ ਰਜਿਸਟਰਡ ਆ ਜੀ ਇਹ ਸੰਸਥਾ ਸਾਡੀ। ਹੋਰ ਲੋਕਲ ਜਿੱਦਾਂ ਮੋਗਾ ਸ਼ਹਿਰ ਆ, ਮੋਗਾ ਸ਼ਹਿਰ ਦੇ ਵੀ ਕੋਈ ਬਜ਼ੁਰਗ ਜਾਂ ਮਾਤਾਵਾਂ ਹੈਗੀਆਂ ਨੇ ਤੁਹਾਡੇ ਕੋਲ? ਇੱਥੇ ਸਾਡੇ ਕੋਲ ਜੀ ਜ਼ਿਆਦਾਤਰ ਤਾਂ ਬਾਹਰੋਂ ਆ ਜੀ, ਜਿਵੇਂ ਕੋਈ ਅੰਮ੍ਰਿਤਸਰ ਤੋਂ ਆ, ਪੰਚਕੂਲੇ ਤੋਂ ਆ ਮਾਤਾ ਜੀ। ਆ ਜਿਵੇਂ ਤੁਹਾਨੂੰ ਦੱਸਿਆ ਹੈਗਾ ਮੈਂ, ਇਹ ਮਾਤਾ ਜੀ ਲੋਹਾਰਾ ਪਿੰਡ ਆ ਜੀ, ਜੀਰੇ ਕੋਲੇ ਜੀ, ਉੱਥੋਂ ਆ ਗਏ ਆ। ਇਹ ਅਲੱਗ-ਅਲੱਗ ਥਾਵਾਂ ਤੋਂ ਜੀ, ਤਰਨ ਤਾਰਨ ਤੋਂ ਆ ਬਜ਼ੁਰਗ ਬੈਠੇ, ਇਹ ਸਾਰੇ ਵੱਖ-ਵੱਖ ਥਾਵਾਂ ਤੋਂ ਆ ਜੀ। ਸਰ, ਪੰਜਾਬ ਪੁਲਿਸ ਦੇ ਉੱਪਰ ਬਹੁਤ ਸਾਰੀਆਂ ਉਂਗਲਾਂ ਵੀ ਉੱਠਦੀਆਂ ਨੇ, ਕੋਈ ਕਿੱਦਾਂ ਦੇ ਕਾਰਨਾਮੇ ਕਰਦਾ, ਕੋਈ दारू ਪੀ ਕੇ ਡਿੱਗ ਜਾਂਦਾ ਆ, ਪਰ ਤੁਹਾਡਾ ਕਿੱਦਾਂ ਇਹ ਖਿਆਲ, ਮਨ ਦੇ ਵਿੱਚ ਖਿਆਲ ਕਿੱਦਾਂ ਆਇਆ ਵੀ ਸੇਵਾ ਹੀ ਕਰਨੀ ਆ? ਤੁਸੀਂ ਮਤਲਬ ਤੁਸੀਂ ਅੱਗੇ ਦੱਸਿਆ ਸੀ ਸਾਨੂੰ ਕਿ ਤੁਸੀਂ ਮੋਗੇ ਡਿਊਟੀ ਆ ਤੁਹਾਡੀ, ਤੁਹਾਡੇ ਆਫੀਸਰ ਜਿਹੜੇ ਉਹ ਵੀ ਸਾਥ ਦਿੰਦੇ ਨੇ ਤੁਹਾਡਾ, ਤਾਂ ਹੈਲਪ ਘਰ ਦੇ ਵੀ ਕਰਦੇ ਨੇ ਤੁਹਾਡੀ? ਮੇਰੀ ਫੈਮਿਲੀ ਬਹੁਤ ਮੇਰੀ ਸਪੋਰਟ ਕਰਦੀ ਹੈ ਜੀ। ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ, ਆਪਣੀ ਵਾਈਫ ਦਾ, ਆਪਣੇ ਮਾਤਾ ਪਿਤਾ ਜੀ ਦਾ, ਕਿਉਂਕਿ ਜਿਹੜਾ ਸਮਾਂ ਮੈਂ ਆਪਣੇ ਪਰਿਵਾਰ ਨੂੰ ਦੇਣਾ ਹੁੰਦਾ ਗਾ ਉਹ ਮੈਂ ਉਹਨਾਂ ਦੇ ਸਹਿਯੋਗ ਨਾਲ ਹੀ ਇੱਥੇ ਬਿਰਧ ਆਸ਼ਰਮ ਨੂੰ ਦੇ ਰਿਹਾ ਗਾ, ਕਿਉਂਕਿ ਮੈਨੂੰ ਘਰੋਂ ਬਹੁਤ ਵੱਡੀ ਸਪੋਰਟ ਆ ਜੀ। ਤੇ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਜੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਬਾਰੇ, ਪਤਾ ਗੱਲ ਕੀ ਹੈ ਜੀ, ਕਿਉਂਕਿ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਥੋੜ੍ਹੇ ਬਹੁਤੇ ਪਰਸੈਂਟ, ਕੁਝ ਕੁ ਸ਼ਰਾਰਤੀ ਅਨਸਰ ਲਾ ਲਓ ਤੁਸੀਂ, ਕੁਝ ਕੁ ਇਸ ਤਰ੍ਹਾਂ ਦੇ ਹੁੰਦੇ ਹੈਗੇ ਜਿਹੜੇ ਡਿਪਾਰਟਮੈਂਟ ਨਹੀਂ ਮਾੜਾ ਹੁੰਦਾ ਗਾ, ਉਹ ਇਨਸਾਨ ਜਿਹੜੇ ਹੈਗੇ ਡਿਪਾਰਟਮੈਂਟ ਨੂੰ ਬਦਨਾਮ ਕਰ ਦਿੰਦੇ ਆ ਜੀ। ਕਿਉਂਕਿ ਤੁਸੀਂ ਆਪਾਂ ਜੇ ਦੇਖੀਏ ਤਾਂ ਪੰਜਾਬ ਪੁਲਿਸ ਦੇ ਵਿੱਚ ਕਿੰਨੀ ਫੋਰਸ ਆ ਜੀ, ਕੁਛ ਕੁ ਅਨਸਰ ਜਿਹੜੇ ਹੈਗੇ ਆ ਉਹ ਬਦਨਾਮੀ ਕਰਨ ਕਰਕੇ, ਜਿਵੇਂ ਕਹਿ ਰਹੇ ਆਂਗੇ ਅੰਡਿਆਂ ਦੀ ਚੋਰੀ ਲਾ ਲਓ ਜਾਂ ਕੋਈ ਲੱਤ ਮਾਰੀ ਸਬਜ਼ੀ ਦੇ ਵਿੱਚ, ਕੁਛ ਕੁ ਪਰਸੈਂਟ ਹੈਗੇ ਆਪਾਂ ਜੇ ਕਹਿ ਦਈਏ ਸਾਰਾ ਡਿਪਾਰਟਮੈਂਟ ਨਹੀਂ ਬਦਨਾਮ ਹੋ ਜਾਂਦਾ ਜੀ। ਸਾਡੇ ਜਿਹੜੇ ਪੰਜਾਬ ਪੁਲਿਸ ਮੋਗਾ ਦੇ ਮੇਰੇ ਸੀਨੀਅਰ ਅਫਸਰ ਆ ਗਏ,
ਸਰਦਾਰ ਹਰਮਨਵੀਰ ਸਿੰਘ ਗਿੱਲ ਐਸਐਸਪੀ ਮੋਗਾ ਜੀ, ਉਹਨਾਂ ਵੱਲੋਂ ਮੈਨੂੰ ਪੂਰੀ ਸਪੋਰਟ ਆ ਜੀ। ਮੈਨੂੰ ਸਪੋਰਟ ਤਾਂ ਜੀ ਇੰਨੀ ਕਾ ਕਾਂਸਟੇਬਲ ਤੋਂ ਰੈਂਕ ਤੋਂ ਲੈ ਕੇ ਜੀ ਮਾਨਯੋਗ ਡੀਜੀਪੀ ਸਾਹਿਬ ਤੱਕ ਸਪੋਰਟ ਕਰਕੇ ਸਾਰੀਆਂ ਸੇਵਾਵਾਂ ਚੱਲ ਰਹੀਆਂ ਜੀ। ਉਹਨਾਂ ਵੱਲੋਂ ਸਮੇਂ-ਸਮੇਂ ਤੇ ਹੌਸਲਾ ਅਫਜ਼ਾਈ ਕੀਤੀ ਜਾਂਦੀ ਹੈਗੀ ਤੇ ਮੈਂ ਆਪਣੀ ਡਿਊਟੀ, ਮੇਰੀ ਐਸਐਸਪੀ ਹਾਊਸ ਮੋਗਾ ਵਿਖੇ ਆ, ਉੱਥੋਂ ਆਪਣੀ ਡਿਊਟੀ ਬੰਦ ਕਰਨ ਤੋਂ ਬਾਅਦ ਦੇ ਵਿੱਚ ਮੈਂ ਇੱਥੇ ਆ ਕੇ ਬਾਅਦ ਦੇ ਵਿੱਚ ਡਿਊਟੀ ਕਰਦਾ ਜੀ ਆ ਕੇ, ਕਿਉਂਕਿ ਪਹਿਲਾਂ ਸਭ ਤੋਂ ਡਿਊਟੀ ਜ਼ਰੂਰੀ ਹੈ ਜਿਹਦੇ ਨਾਲ ਮੈਂ ਆਪਣਾ ਪਰਿਵਾਰ ਪਾਲ ਰਿਹਾ। ਸਭ ਤੋਂ ਪਹਿਲਾਂ ਮੈਨੂੰ ਆਪਣਾ ਡਿਪਾਰਟਮੈਂਟ ਜ਼ਰੂਰੀ ਹੈ ਜੀ। ਉੱਥੋਂ ਡਿਊਟੀ ਕਰਕੇ, ਕਿਉਂਕਿ ਮੈਨੂੰ ਉੱਥੋਂ ਤਨਖਾਹ ਮਿਲਦੀ ਹੈਗੀ, ਮੈਂ ਆਪਣਾ ਪਰਿਵਾਰ ਪਾਲ ਰਿਹਾ ਹੈਗਾ ਉਸ ਤਨਖਾਹ ਨਾਲ। ਤੇ ਉਸ ਤੋਂ ਬਾਅਦ ਦੇ ਵਿੱਚ ਇਹ ਮੇਰਾ ਦੂਸਰੀ ਡਿਊਟੀ ਮੇਰੀ ਇੱਥੇ ਹੈ ਜੀ। ਇਹ ਤੁਹਾਡੇ ਮਤਲਬ ਮੈਂ ਅੱਗੇ ਕੁਐਸਚਨ ਕੀਤਾ ਸ਼ਾਇਦ ਤੁਹਾਨੂੰ ਭੁੱਲ ਗਿਆ ਕਿ ਇਹ ਮਨ ਕਿੱਦਾਂ ਕੀਤਾ, ਕਿਉਂਕਿ ਮੁਲਾਜ਼ਮ ਜ਼ਿਆਦਾਤਰ ਨੇ ਜਿਹੜੇ ਆਪਣੀ ਡਿਊਟੀ ਤੋਂ ਬਾਅਦ ਆਫ ਡਿਊਟੀ ਦੇ ਵਿੱਚ ਇੰਜੋਏ ਕਰਦੇ ਨੇ ਤੇ ਤੁਸੀਂ ਬਿਰਧ ਆਸ਼ਰਮ ਦੇ ਵਿੱਚ ਆ ਕੇ ਸੇਵਾ ਕਰਦੇ ਹੋ, ਇਹ ਤੁਹਾਡੀ ਚੇਟਕ ਕਿੱਦਾਂ ਲੱਗੀ? ਚੇਟਕ ਜੀ ਸਾਡੇ ਪਰਿਵਾਰ ਦੇ ਵਿੱਚ ਹੀ ਸੇਵਾ ਦੀ ਭਾਵਨਾ, ਸਾਡੇ ਪਹਿਲਾਂ ਮੇਰੇ ਦਾਦਾ ਜੀ ਹੁੰਦੇ ਸੀਗੇ, ਮੇਰੇ ਬਜ਼ੁਰਗ ਵੀ, ਸਾਡੀ ਸਾਰੀ ਫੈਮਿਲੀ, ਜਿਵੇਂ ਕੋਈ ਬਾਹਰ ਕੋਈ ਜਾ ਰਿਹਾ ਹੈਗਾ, ਕਿਸੇ ਬੁਰੇ ਹਾਲਾਤਾਂ ਦੇ ਵਿੱਚ ਹੈਗਾ ਬੰਦਾ, ਉਹਨੂੰ ਰੋਕ ਲੈਣਾ, ਉਹਨੂੰ ਪੁੱਛਣਾ ਬਈ ਚਾਹ ਪਾਣੀ ਪੀ ਕੇ ਜਾਈਂ, ਤੈਨੂੰ ਕਿਸੇ ਦੁੱਖ ਤਕਲੀਫ ਹੈਗਾ ਸਾਨੂੰ ਉਹ ਦੱਸ। ਇਸ ਤਰ੍ਹਾਂ ਹੀ ਸਾਰੇ ਪਰਿਵਾਰ ਦੇ ਵਿੱਚ ਸ਼ੁਰੂ ਤੋਂ ਲੈ ਕੇ ਇਹ ਭਾਵਨਾ ਬਣੀ ਹੋਈ ਹੈ ਜੀ। ਤੇ ਬਾਕੀ ਆਪਣੇ ਤੇ ਕੁਛ ਨਹੀਂ ਡਿਪੈਂਡ ਹੁੰਦਾ, ਇਹ ਤਾਂ ਜੀ ਗੁਰੂ ਮਹਾਰਾਜ ਦੀ ਕਿਰਪਾ ਜੀ। ਧੰਨ ਧੰਨ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਨਾਲ, ਪ੍ਰਮਾਤਮਾ ਦੀ ਕਿਰਪਾ ਨਾਲ ਇਹ ਸਾਰੀਆਂ ਸੇਵਾਵਾਂ ਉਹਨਾਂ ਨੇ ਸਾਨੂੰ ਦਿੱਤੀਆਂ ਹੈਗੀਆਂ, ਇਹ ਫੇਰ ਹੀ ਚੱਲ ਰਹੀਆਂ ਜੀ। ਬੰਦੇ ਤੇ ਕੁਛ ਨਹੀਂ ਡਿਪੈਂਡ ਹੁੰਦਾ ਜੀ। ਜਿੱਦਾਂ ਸਰ ਤੁਹਾਡੇ ਕੋਲ ਬਜ਼ੁਰਗ ਵੀ ਨੇ, ਉਹ ਬੱਚਾ ਵੀ ਹੈ, ਮਾਤਾਵਾਂ ਨੇ, ਜੇ ਕਿਤੇ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ, ਕੋਈ ਮੈਡੀਕਲ ਪ੍ਰੋਬਲਮ ਆਉਂਦੀ ਹੈ ਤਾਂ ਕਿੱਥੋਂ ਸਹਾਇਤਾ ਲੈਂਦੇ ਹੋ, ਜਾਂ ਮੈਡੀਕਲ ਜਿਹੜੀ ਸਹੂਲਤ ਤੁਸੀਂ ਆਪ ਹੀ ਦਿੰਦੇ ਹੋ? ਸਾਡੇ ਕੋਲੇ ਜੀ ਇੱਥੇ ਡਾਕਟਰ 2 ਆ ਜੀ। ਉਹਨਾਂ ਡਾਕਟਰਾਂ ਤੋਂ ਅਸੀਂ, ਇਹਨਾਂ ਦਾ ਪ੍ਰਾਈਵੇਟ ਡਾਕਟਰ ਹੈਗੇ, ਉਹਨਾਂ ਤੋਂ ਅਸੀਂ ਇਹਨਾਂ ਦਾ ਜੇ ਕੋਈ ਨਿੱਕੀ ਮੋਟੀ ਪ੍ਰੋਬਲਮ ਆਉਂਦੀ ਆ ਉਹਨਾਂ ਤੋਂ ਟ੍ਰੀਟਮੈਂਟ ਕਰਾਉਣੇ ਆ ਜੀ। ਤੇ ਇਹਨਾਂ ਦਾ 6 ਮਹੀਨੇ ਬਾਅਦ ਅਸੀਂ ਮੈਡੀਕਲ ਚੈੱਕਅਪ ਕਰਾਉਣੇ ਆ ਜੀ। ਜਿਵੇਂ ਹੁਣ ਸਾਡੇ ਪਿੱਛੇ ਜੇ ਇੱਕ ਮਾਤਾ ਜੀ ਸਾਡੇ, ਉਹਨਾਂ ਨੂੰ HB ਦੀ ਬਹੁਤ ਘਾਟ ਹੋ ਗਈ ਸੀਗੀ, 4 ਗ੍ਰਾਮ ਉਹਨਾਂ ਦੇ ਬਲੱਡ ਰਹਿ ਗਿਆ ਸੀਗਾ। ਫਿਰ ਅਸੀਂ ਉਹਨਾਂ ਨੂੰ ਸਰਕਾਰੀ ਹਸਪੀਟਲ ਵਿੱਚ ਐਡਮਿਟ ਕਰਾ ਕੇ ਉਹਨਾਂ ਦੇ 2 ਯੂਨਿਟ ਬਲੱਡ ਦੇ ਲਗਾਏ ਜੀ। ਤੇ ਉਹ ਮਾਤਾ ਜੀ ਸਾਡੇ ਹੁਣ ਬਹੁਤ ਵਧੀਆ ਤੰਦਰੁਸਤ ਨੇ। ਅਸੀਂ ਜ਼ਿਆਦਾ ਜੀ ਕੋਸ਼ਿਸ਼ ਸਾਡੀ ਇਹੀ ਹੁੰਦੀ ਹੈ ਇਹਨਾਂ ਦਾ ਵਧੀਆ ਟ੍ਰੀਟਮੈਂਟ ਕਰਾਇਆ ਜਾਵੇ ਜੀ। ਅਸੀਂ ਜ਼ਿਆਦਾਤਰ ਪ੍ਰਾਈਵੇਟ ਹਸਪੀਟਲਾਂ ਤੋਂ ਇਹਨਾਂ ਦਾ ਟ੍ਰੀਟਮੈਂਟ ਕਰਾਉਣੇ ਆ ਜੀ। ਸਰ ਤੁਹਾਡੇ ਕੋਲ ਜਿੰਨੇ ਵੀ ਬਜ਼ੁਰਗ ਜਾਂ ਮਾਤਾਵਾਂ ਨੇ, ਸਾਨੂੰ ਜਾਣਕਾਰੀ ਦਿਓਗੇ ਕਿ ਉਹ ਕਿੱਥੋਂ ਕਿੱਥੋਂ ਆਏ ਨੇ, ਜਾਂ ਉਹਨਾਂ ਨੂੰ ਕਿੱਦਾਂ ਕੀ ਦਿੱਕਤਾਂ ਸੀਗੀਆਂ? ਜਿਹੜੇ ਉਹ ਬਜ਼ੁਰਗ ਨੇ, ਉਹ ਵਾਲੇ ਸਾਹਮਣੇ ਵਾਲੇ ਜਿਹੜੇ ਬਜ਼ੁਰਗ ਨੇ, ਇਹ ਕਿੱਥੋਂ ਦੇ ਰਹਿਣ ਵਾਲੇ ਆ ਤੇ ਤੁਹਾਡੇ ਕੋਲ ਕਿਵੇਂ ਆ? ਇਹਨਾਂ ਦਾ ਨਾਮ ਰਾਜਾ ਸਿੰਘ ਆ ਜੀ, ਪਿੰਡ ਇਹਨਾਂ ਦਾ ਲੰਡੇ ਹੈਗੇ। ਇਹਨਾਂ ਦੀ ਮੈਰਿਜ ਹੋਈ ਸੀ, ਕੋਈ ਡਿਸਪਿਊਟ ਹੋਣ ਕਰਕੇ ਸਾਡੇ ਕੋਲੇ ਇੱਥੇ ਆ ਗਏ। ਇਹਨਾਂ ਦੇ ਭਰਾ ਵੀ ਹੈਗੇ ਆ ਜੀ, ਇਹਨਾਂ ਦੀਆਂ ਭੈਣਾਂ ਵੀ ਹੈਗੀਆਂ, ਉਹਨਾਂ ਨੇ ਇਹਦੀ ਸਾਂਭ ਸੰਭਾਲ ਨਹੀਂ ਕੀਤੀ ਬਿਲਕੁਲ ਹੀ, ਇਹ ਉਸ ਕਰਕੇ ਸਾਡੇ ਕੋਲ ਇੱਥੇ ਆ ਗਏ ਆ ਜੀ। ਓਕੇ ਸਰ, ਇੱਧਰ ਮਾਤਾ ਜੀ ਨੇ ਨਾਲ, ਇਹਨਾਂ ਬਾਰੇ ਸਾਨੂੰ ਜਾਣਕਾਰੀ ਦਿਓਗੇ ਕਿ? ਹਾਂਜੀ, ਇਹ ਮਾਤਾ ਜੀ ਸਾਡੇ ਕੋਲੇ ਜੀ ਪਿਛਲੇ 10 ਦਿਨ ਤੋਂ ਸਾਡੇ ਕੋਲੇ ਇੱਥੇ ਆਏ ਹੈਗੇ। ਇਹਨਾਂ ਦੇ ਬਹੁਤ ਬੁਰੇ ਹਾਲਾਤ ਸੀਗੇ ਜੀ। ਇਹਨਾਂ ਮਾਤਾ ਜੀ ਦੇ 4 ਬੇਟੀਆਂ ਤੇ 2 ਬੇਟੇ ਹੈਗੇ। ਇਹ ਮਾਤਾ ਜੀ ਸਾਨੂੰ ਕਿਸੇ NGO ਨੇ ਦੱਸਿਆ ਸੀਗਾ, ਸ਼ਰਮਾ ਜੀ ਨੇ, ਕਿ ਇੱਕ ਮਾਤਾ ਜੀ ਬਹੁਤ ਬੁਰੇ ਹਾਲਾਤਾਂ ਵਿੱਚ ਮੋਗੇ ਆ ਗਏ ਆ, ਇੱਥੇ ਬਹੁਤ ਬੁਰੇ ਹਾਲਾਤਾਂ ਵਿੱਚ ਆਪਣੀ ਜ਼ਿੰਦਗੀ ਬਸਰ ਕਰ ਰਹੇ ਹੈਗੇ। ਜਦੋਂ ਅਸੀਂ ਮਾਤਾ ਜੀ ਨੂੰ ਇੱਥੇ ਲੈ ਕੇ ਆਏ ਤੇ ਇਹਨਾਂ ਨੇ ਦੱਸਿਆ ਮੇਰੇ 4 ਬੇਟੇ ਆ, ਮੇਰੇ ਕੋਲ ਜ਼ਮੀਨ ਵੀ ਸੀਗੀ ਤੇ ਮੇਰੇ ਪਤੀ ਦੀ ਮੌਤ ਹੋ ਚੁੱਕੀ ਹੈਗੀ। ਤੇ ਉਹਨਾਂ ਨੇ ਜਿਹੜੀ ਜ਼ਮੀਨ ਜਾਇਦਾਦ ਵੇਚ ਕੇ 4 ਭੈਣਾਂ ਨੇ ਤੇ 2 ਇਹਦੇ ਬੇਟਿਆਂ ਨੇ ਵੰਡ ਲਈ ਆ, ਤੇ ਮਾਤਾ ਜੀ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢਤਾ ਗਾ। 4 ਧੀਆਂ ਨੇ, 2 ਬੇਟਿਆਂ ਨੇ, ਇਹਨੂੰ ਰੱਖਣ ਲਈ ਕੋਈ ਨਹੀਂ ਤਿਆਰ ਹੋਇਆਗਾ। ਹਾਲਾਂਕਿ ਮੈਨੂੰ ਮਾਤਾ ਜੀ ਨੂੰ ਮੈਂ ਕੱਲ ਪੁੱਛਿਆ, ਮਾਤਾ ਜੀ ਕਹਿੰਦੇ ਮੇਰੀ ਪੈਨਸ਼ਨ ਲਵਾ ਦਿਓ। ਮੈਂ ਕਿਹਾ ਕੋਈ ਗੱਲ ਨਹੀਂ ਮਾਤਾ, ਤੇਰੀ ਪੈਨਸ਼ਨ ਵੀ ਲਵਾ ਦਾਂਗੇ। ਤੇ ਇਹਦਾ ਜਿਹੜਾ ਇੱਕ ਜਵਾਈ ਸੀਗਾ, ਉਹਨੇ ਇਹਦੇ ਕੋਲੋਂ ਆਧਾਰ ਕਾਰਡ ਵੀ ਖੋਲ੍ਹਿਆ ਤੇ ਜਿਹੜਾ ਇਹਦਾ ਹੋਰ ਕਾਗਜ਼ ਪੱਤਰ ਸੀਗੇ ਉਹ ਵੀ ਪਾੜ ਕੇ ਸੁੱਟ ਦਿੱਤੇ ਆ ਜੀ। ਮੈਨੂੰ ਇਸ ਚੀਜ਼ ਦਾ ਬਹੁਤ ਅਫਸੋਸ ਆ ਜੀ। ਸਾਡੇ ਮਾਤਾ ਪਿਤਾ ਨੇ ਜਨਮ ਦੇ ਕੇ, ਪਾਲ ਪਲੋਸ ਕੇ, ਵੱਡੇ ਕਰਕੇ ਪਹੁੰਚਾਇਆ ਹੁੰਦਾ ਉਸ ਸਟੇਜ ਤੇ ਅੱਜ ਮਾਤਾ ਜੀ 4 ਬੇਟੀਆਂ ਦੀ ਮਾਂ ਤੇ 2 ਬੇਟਾਂ ਦੀ ਮਾਂ ਰੁਲ ਰਹੀ ਹੈਗੀ। 6 ਪਰਿਵਾਰ ਦੇ ਮੈਂਬਰ ਆ ਤੇ 6 ਨੇ ਇਹਨੂੰ ਬਿਲਕੁਲ ਸਾਂਭਣ ਲਈ ਕਿਸੇ ਨੇ ਨਹੀਂ ਹਾਮੀ ਭਰੀਗੀ। ਆਪਾਂ ਮਾਤਾ ਜੀ ਨਾਲ ਗੱਲ ਕਰਨਾ ਚਾਹਾਂਗੇ, ਉਹਨਾਂ ਨੂੰ ਪੁੱਛਦੇ ਹਾਂ ਕਿ ਮਾਤਾ ਜੀ ਨੂੰ ਕੀ ਦਿੱਕਤਾਂ ਆਈਆਂ ਨੇ। ਮਾਤਾ ਜੀ ਸਤਿ ਸ਼੍ਰੀ ਅਕਾਲ। ਮਾਤਾ ਜੀ ਤੁਸੀਂ ਰੋ ਕਿਉਂ ਰਹੇ ਹੋ, ਮਤਲਬ ਕਿਉਂ ਟੈਨਸ਼ਨ ਲੈ ਰਹੇ ਹੋ ਤੁਸੀਂ ਪਰਿਵਾਰ ਦੀ? ਮਾਤਾ ਜੀ ਰੋਣਾ ਨਹੀਂ ਹੈ ਬਿਲਕੁਲ ਹੀ, ਅਸੀਂ ਤੁਹਾਡੇ ਬੱਚੇ ਹੈਗੇ, ਰੋਣਾ ਨਹੀਂ। ਚਲੋ ਮਾਤਾ ਜੀ ਆਪਣਾ ਨਾਮ ਦੱਸੋਗੇ? ਕੀ ਨਾਮ ਮਾਤਾ ਜੀ ਤੁਹਾਡਾ? ਹਾਂਜੀ, ਬਲਵੀਰ ਕੌਰ ਮਾਤਾ ਜੀ, ਨਾ ਬਲਵੀਰ ਕੌਰ। ਬਲਵੀਰ ਕੌਰ। ਮਾਤਾ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ? ਮਖੂ ਦੇ ਰਹਿਣ ਵਾਲੇ ਹੋ। ਤੇ ਤੁਹਾਡੇ ਕਿੰਨੇ ਬੱਚੇ ਨੇ ਮਾਤਾ ਜੀ?
ਦੋ ਬੱਚੇ ਆ। 2 ਪੋਤੇ ਆ ਤੇ ਧੀਆਂ? ਯਾਰ ਤੀਆਂ। 4 ਧੀਆਂ। ਫਿਰ ਮਾਤਾ 2 ਪੁੱਤਰ ਆ, ਉਹਨਾਂ ਨੇ ਨਹੀਂ ਸਾਂਭਿਆ ਤੁਹਾਨੂੰ, ਜਾਂ ਧੀਆਂ ਕੋਲ ਨਹੀਂ ਤੁਸੀਂ ਗਏ? ਸਾਡੇ ਕਿਸੇ ਨੇ ਨਹੀਂ ਸਾਂਭਿਆ, ਤਾਂ ਤੁਹਾਨੂੰ ਘਰੋਂ ਕੱਢ ਦਿੱਤਾ ਉਹਨਾਂ ਨੇ? ਤੇ ਉਸ ਤੋਂ ਬਾਅਦ ਫਿਰ ਤੁਸੀਂ ਇੱਥੇ ਕਿੱਦਾਂ ਪਹੁੰਚੇ? ਬਹੁਤ ਪਾਸ ਕਰਿਆ। ਹਾਂਜੀ, ਬਹੁਤ ਦਾ ਕਰਿਆ। ਪੁੱਛ ਦੱਸ ਕੇ ਆ ਗਏ। ਇਹ ਸੇਵਾ ਸੰਭਾਲ ਕਰ ਰਹੇ ਨੇ ਤੁਹਾਡੀ? ਹਾਂਜੀ ਵਧੀਆ ਦਵਾਈ ਵਗੈਰਾ ਮਿਲਦੀ ਤੁਹਾਨੂੰ? ਹਾਂਜੀ। ਤਾਂ ਫਿਰ ਹੁਣ ਇੱਥੇ ਮਤਲਬ ਇੱਥੇ ਹੀ ਰਹੋਗੇ, ਜਾਂ ਆਪਣੇ ਧੀਆਂ ਜਾਂ ਪੁੱਤਰਾਂ ਨਾਲ ਰਹਿਣ ਦਾ ਮਨ ਕਰਦਾ? ਨਹੀਂ ਜੀ, ਜੋ ਸਾਹਮਣੇ ਨੇ ਬਿਲਕੁਲ ਸਾਂਭਦੇ ਨਹੀਂ। ਤੇ ਤੁਹਾਡੇ ਪਤੀ? ਮੈਂ ਪੂਰਾ। ਅੱਛਾ, ਉਹ ਪੂਰੇ ਹੋ ਗਏ। ਠੀਕ ਹੈ। ਤੇ ਮਾਤਾ ਜੀ ਕੀ ਕਹਿਣਾ ਚਾਹੁੰਦੇ ਹੋ? ਇਹ ਤੁਹਾਡੇ ਪੁੱਤਰਾਂ ਵਾਂਗ ਸੇਵਾ ਕਰ ਰਹੇ ਨੇ, ਜਿਹੜਾ ਪੰਜਾਬ ਪੁਲਿਸ ਦੇ ਨੌਜਵਾਨ ਨੇ, ਕੀ ਕਹਿਣਾ ਚਾਹੁੰਦੇ ਹੋ? ਜੇ ਵੀ ਕਹੋਗਾ। ਕੀ ਬੋਲ ਰਹੇ ਜੀ? ਇਹ ਜ਼ਿਆਦਾ ਕੀ ਭਾਰ ਹੋ ਜਾਂਦਾ। ਕੋਈ ਗੱਲ ਨਹੀਂ ਮਾਤਾ ਜੀ, ਤੁਹਾਡੇ ਬੱਚੇ ਆ ਅਸੀਂ, ਠੀਕ ਹੈ ਨਾ? ਤਾਂ ਇਹ ਮਾਤਾ ਜੀ ਸਨ ਜਿਹੜੇ ਮਖੂ ਦੇ ਲਾਗਿਓਂ। ਉਹਨਾਂ ਦਾ ਕਹਿਣਾ ਕਿ 2 ਪੁੱਤਰ ਨੇ, ਉਹਨਾਂ ਦੇ 4 ਧੀਆਂ ਨੇ। ਤਾਂ ਧੀਆਂ ਨੇ ਵੀ ਨਹੀਂ ਸਾਂਭਿਆ ਤੇ ਪੁੱਤਰਾਂ ਨੇ ਵੀ ਨਹੀਂ ਸਾਂਭਿਆ, ਕਿਉਂਕਿ 2 ਪੁੱਤਰ ਨੇ। ਮਾਵਾਂ ਜਦ ਪੁੱਤ ਜੰਮਦੀਆਂ ਤਾਂ ਗੁਰਦੁਆਰੇ ਵਿੱਚ ਮੱਥਾ ਟੇਕਿਆ ਜਾਂਦਾ, ਲੱਡੂ ਵੰਡੇ ਜਾਂਦੇ ਨੇ, ਰਿਸ਼ਤੇਦਾਰਾਂ ਦੇ ਵਿੱਚ ਮਠਿਆਈ ਭੇਜੀ ਜਾਂਦੀ ਕਿ ਸਾਡੇ ਪੁੱਤ ਹੋਇਆ ਤੇ ਮਾਂ-ਬਾਪ ਨੂੰ ਸਾਂਭੇਗਾ। ਲੇਕਿਨ ਮਾਂ ਵਿਚਾਰੀ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਉਹਨਾਂ ਦਾ, ਉਹ ਦੱਸ ਨਹੀਂ ਸਕਦੇ ਕਿ ਉਹਨਾਂ ਨੂੰ ਜਿਹੜਾ ਉਹਨਾਂ ਦੇ ਪੁੱਤਰਾਂ ਵੱਲੋਂ, ਧੀਆਂ ਵੱਲੋਂ ਘਰੋਂ ਕੱਢ ਦਿੱਤਾ ਗਿਆ, ਕਿਉਂਕਿ ਇਹਨਾਂ ਦੇ ਪਤੀ ਦੀ ਮੌਤ ਹੋਈ ਆ। ਤਾਂ ਬੇਸਹਾਰਾ ਇੱਥੇ ਬਿਰਧ ਆਸ਼ਰਮ ਵਿੱਚ ਇਹ ਮਾਤਾ ਪਹੁੰਚੇ ਨੇ, ਤੇ ਇਹ ਨੌਜਵਾਨ ਜਿਹੜੇ ਨੇ ਪੰਜਾਬ ਪੁਲਿਸ ਦੇ ਇਹ ਦੇਖ ਰੇਖ ਇਹਨਾਂ ਦੀ ਕਰ ਰਹੇ ਨੇ। ਸਰ, ਜਿਹੜੇ ਉਹ ਮਾਤਾ ਜੀ, ਉਹ ਕਿੱਥੋਂ ਦੇ ਨੇ? ਇਹ ਮਾਤਾ ਜੀ ਸਾਡੇ ਕੋਲੇ ਜੀ, ਇਹਨਾਂ ਦਾ ਰਿਹਾਇਸ਼ ਜਿਹੜੀ ਸੀਗੀ ਪੰਚਕੂਲੇ ਸੀਗੀ ਜੀ। ਹਾਂਜੀ। ਮਾਤਾ ਜੀ ਪਿਛਲੇ ਜਦੋਂ ਲੋਕਡਾਊਨ ਫਸਟ ਟਾਈਮ ਹੋਇਆ ਸੀਗਾ, ਉਦੋਂ ਇਹਨਾਂ ਦੇ ਭਰਾਵਾਂ ਨੇ, ਮਾਤਾ ਜੀ ਨੇ ਮੈਰਿਜ ਨਹੀਂ ਕਰਾਈ ਸੀਗੀ, ਉਹਨਾਂ ਦੀ ਉਮਰ ਕਾਫੀ 70 ਸਾਲ ਦੇ ਕਰੀਬ ਹੈਗੀ, ਤੇ ਇਹਨਾਂ ਦੇ ਜਿਹੜੇ ਭਰਾ ਸੀਗੇ 2, ਉਹਨਾਂ ਨੇ ਇਹਨੂੰ ਉੱਥੋਂ ਕਿਸੇ ਵਹੀਕਲ ਤੇ ਬਹਾ ਕੇ, ਤੇ ਮਾਤਾ ਪਹਿਲਾਂ ਤਾਂ ਰੁਲਦੀ ਰਹੀ ਉੱਥੇ ਹਸਪੀਟਲਾਂ ਦੇ ਵਿੱਚ, ਤੇ ਹੌਲੀ ਹੌਲੀ ਮਾਤਾ ਨਾ ਪੁੱਛ ਦੱਸ ਕਰਕੇ ਪਿੰਡ ਬੁੱਟਰ ਆ ਗਈ। ਬੁੱਟਰ ਇਹਨਾਂ ਦੀ ਦੂਰ ਦੀ ਰਿਸ਼ਤੇਦਾਰੀ ਸੀਗੀ। ਜਦੋਂ ਮਾਤਾ ਜੀ ਇੱਥੇ ਬੁੱਟਰ ਉਹਨਾਂ ਕੋਲੇ ਆਪਣੀ ਰਿਸ਼ਤੇਦਾਰੀ ਦੂਰ ਦੀ ਦੇ ਵਿੱਚ ਰਹੇ 7-8 ਮਹੀਨੇ, ਉਦੋਂ ਮੁੜ ਕੇ ਉਹਨਾਂ ਨੇ ਸਾਡੇ ਨਾਲ ਰਾਬਤਾ ਕਾਇਮ ਕੀਤਾ। ਕਹਿੰਦੇ ਉਹਨਾਂ ਦਾ, ਕਿਉਂਕਿ ਕਾਫੀ ਪ੍ਰੋਬਲਮ ਸੀਗੀ, ਉਹਨਾਂ ਦੇ ਘਰ ਦੇ ਵਿੱਚ 2 ਬਜ਼ੁਰਗ ਸੀਗੇ, ਉਹਨਾਂ ਨੇ ਸਾਡੇ ਤੱਕ ਪਹੁੰਚ ਕੀਤੀ, ਤੇ ਫਿਰ ਅਸੀਂ ਮਾਤਾ ਜੀ ਨੂੰ ਇੱਥੇ ਲੈ ਕੇ ਆਏ। ਮਾਤਾ ਜੀ ਅੱਜ ਬਹੁਤ ਵਧੀਆ ਜ਼ਿੰਦਗੀ ਆਪਣੀ ਜੀ ਰਹੇ ਆ ਜੀ। ਪਰ ਜਿਹੜੇ ਇਹਨਾਂ ਦੇ ਭਰਾ ਸੀਗੇ 2, ਉਹ ਜਿੱਥੇ ਪਹਿਲਾਂ ਕਿਰਾਏ ਤੇ ਰਹਿੰਦੇ ਸੀਗੇ ਉੱਥੋਂ ਲਾਪਤਾ ਹੋ ਗਏ, ਨਾ ਕਿ ਉਹਨਾਂ ਦਾ ਫੋਨ ਵਗੈਰਾ ਮਿਲਦਾ ਹੈਗਾ, ਤੇ ਨਾ ਹੀ ਉਹ ਪਤਾ ਲੱਗ ਰਿਹਾ ਹੁਣ ਕਿੱਥੇ ਰਹਿੰਦੇ ਹੈਗੇ। ਸਰ, ਇੱਕ ਜਿਹੜੇ ਮਤਲਬ ਬਾਹਰਲੇ ਵਿਦੇਸ਼ਾਂ ਦੇ ਵਿੱਚੋਂ ਪੈਸਾ ਆਉਂਦਾ, ਜਿਵੇਂ ਡੋਨੇਟ ਕਰਦੇ ਨੇ, ਕਈ ਸੰਸਥਾਵਾਂ ਬਣੀਆਂ ਹੋਈਆਂ ਨੇ। ਪਿੱਛੇ ਜੇ ਰੌਲਾ ਪਿਆ ਸੀ, ਜਿੱਦਾਂ ਗੋਲਡੀ ਪੀਪੀ ਦਾ ਰੌਲਾ ਪੈ ਗਿਆ ਸੀ, ਜਾਂ ਪਨੀਤ ਹਰਾਂ ਦਾ ਰੌਲਾ ਪਿਆ ਕਿ ਜਿਹੜੇ ਫੰਡਿੰਗ ਆ ਬਾਹਰੋਂ ਆਉਂਦੀ ਹੈ ਤੇ ਉਹਦੀ ਦੁਰਵਰਤੋਂ ਕੀਤੀ ਜਾਂਦੀ ਹੈ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਿੱਦਾਂ ਦੀ ਫੰਡਿੰਗ ਬਾਹਰੋਂ ਲੋਕ ਤੁਹਾਨੂੰ ਭੇਜਣ ਜਾਂ ਨਾ ਭੇਜਣ, ਜਾਂ ਕੀ ਕਹਿਣਾ ਚਾਹੁੰਦੇ ਹੋ? ਇਹਦੇ ਵਿੱਚ ਇਸ ਤਰ੍ਹਾਂ ਜੀ, ਅਸੀਂ ਅੱਜ ਤੱਕ ਕੋਈ ਵੀ ਮੈਸੇਜ ਸੋਸ਼ਲ ਮੀਡੀਆ ਤੇ ਨਹੀਂ ਪਾਇਆ ਹੈਗਾ ਸਾਨੂੰ ਸਪੋਰਟ ਕੀਤੀ ਜਾਵੇ, ਤੇ ਨਾ ਹੀ ਅਸੀਂ ਕਦੇ ਕੋਈ ਚੰਦਾ ਇਕੱਠਾ ਕਰਨ ਲਈ ਸ਼ਹਿਰ ਦੇ ਵਿੱਚ ਗਏ ਆਂਗੇ। ਸਾਡਾ ਆਪਣਾ ਪਰਸਨਲ ਨੈਟਵਰਕ ਹੈਗਾ, ਯਾਰ ਦੋਸਤ ਸੱਜਣ ਮਿੱਤਰ ਜਿਹੜੇ ਹੈਗੇ ਆਗੇ, ਉਹਨਾਂ ਦੀ ਸਪੋਰਟ ਨਾਲ ਹੀ ਸਾਰੀਆਂ ਸੇਵਾਵਾਂ ਚੱਲ ਰਹੀਆਂ ਹੈਗੀਆਂ। ਅਸੀਂ ਜਿਹੜਾ ਹੈਗਾ ਆਪਣਾ ਪੂਰੇ ਪਾਰਦਰਸ਼ੀ ਤਰੀਕੇ ਨਾਲ ਇੱਥੋਂ ਦਾ ਜਿਹੜਾ ਸਿਸਟਮ ਚਲਾ ਰਹੇ ਹਾਂ। ਜੇਕਰ ਅਸੀਂ ਸਾਨੂੰ ਜਿਹੜਾ ਵੀ ਕੋਈ, ਜੇ ਕਿਸੇ ਨੇ ਵੈਸਟਰਨ ਯੂਨੀਅਨ ਪੈਸੇ ਭੇਜਤੇ ਹੈਗੇ ਜਾਂ ਸਾਨੂੰ ਇੱਥੇ ਕੈਸ਼ ਦੇ ਕੇ ਗਿਆ, ਉਹਨੂੰ ਬਕਾਇਦਾ ਉਹਨੂੰ ਪੂਰੀ ਰਸੀਦ ਬੁੱਕ ਉਹਨੂੰ WhatsApp ਕੀਤੀ ਜਾਂਦੀ ਹੈਗੀ, ਤੇ ਉਹਦੀਆਂ ਸਾਡੀਆਂ ਡੇ ਬੁੱਕ ਲੱਗੀਆਂ ਹੋਈਆਂ ਹੈਗੀਆਂ, ਉਹਦਾ ਪੂਰਾ ਆਡਿਟ ਕੀਤਾ ਜਾਂਦਾ ਜੀ। ਤਾਂ ਤੁਹਾਨੂੰ ਜਿਹੜਾ ਤੁਸੀਂ ਦੱਸਿਆ ਕਿ ਪੈਸਾ ਤੁਹਾਡਾ ਗਰੁੱਪ ਬਣਿਆ ਹੋਇਆ, ਕਿੰਨੇ ਕੁ ਨੌਜਵਾਨ ਤੁਹਾਡੇ ਨਾਲ ਜੁੜੇ ਹੋਏ ਨੇ, ਜਿਹੜੇ ਕਿ ਜਦੋਂ ਤੁਹਾਨੂੰ ਲੋੜ ਪੈਂਦੀ ਹੈ ਇੱਥੇ ਕਿਸੇ ਚੀਜ਼ ਦੀ, ਤਾਂ ਉਹਦੇ ਗਰੁੱਪ ਵਿੱਚ ਤੁਸੀਂ WhatsApp ਗਰੁੱਪ ਦੇ ਵਿੱਚ ਮੈਸੇਜ ਪਾਉਂਦੇ ਹੋ? ਕਿੰਨੇ ਬੰਦੇ ਤੁਹਾਡੇ ਨਾਲ ਜੁੜੇ ਹੋਏ ਨੇ? ਸਾਡੇ ਨਾਲ ਜੀ 85 ਤੋਂ 100 ਦੇ ਕਰੀਬ ਸਾਡੇ ਨਾਲ ਜਿਹੜੇ ਹੈਗੇ ਦਾਨੀ ਸੱਜਣ ਜੁੜੇ ਹੈਗੇ ਆ, ਤੇ ਉਹਨਾਂ ਨੂੰ ਜਦੋਂ ਸਾਡੀ ਕੋਈ ਰਿਕੁਆਇਰਮੈਂਟ ਹੁੰਦੀ ਹੈਗੀ, ਅਸੀਂ ਉਹ ਮੈਸੇਜ ਪਾ ਦਿੰਦੇ ਹੈਗੇ, ਤੇ ਸਾਡੀ ਉਹ ਰਿਕੁਆਇਰਮੈਂਟ ਜਿਹੜੀ ਹੈਗੀ ਆ ਮਤਲਬ ਕਿ ਬਹੁਤ ਹੀ ਜਲਦੀ ਜਿਹੜੀ ਹੈਗੀ ਪੂਰੀ ਹੋ ਜਾਂਦੀ ਹੈ ਜੀ। ਮਤਲਬ ਤੁਸੀਂ ਹਰ ਬੰਦੇ ਤੋਂ ਪੈਸਾ ਨਹੀਂ ਮੰਗਦੇ, ਜਿੱਦਾਂ ਹਰ ਕੋਈ ਦੇਣਾ ਚਾਹੁੰਦਾ ਤਾਂ ਤੁਸੀਂ ਰੱਖ ਲੈਂਦੇ ਹੋ ਜਾਂ ਨਹੀਂ ਰੱਖਦੇ? ਇਸ ਤਰ੍ਹਾਂ ਹੀ ਜਿਵੇਂ ਸਾਨੂੰ ਕੋਈ ਸਪੋਰਟ, ਕਿਉਂਕਿ ਤੁਹਾਨੂੰ ਪਤਾ ਹੀ ਹੈ ਇੱਥੇ ਖਰਚੇ ਬਹੁਤ, ਆਪਾਂ ਹੁਣ ਉੱਪਰ ਹੀ ਬੈਡਿੰਗ ਹੋਰ ਬਣਾਈ ਹੈ, 30 ਬਜ਼ੁਰਗ ਸਾਡੇ ਕੋਲੇ ਹੋਰ ਰਹਿਣਗੇ ਇੱਥੇ, ਉਹਦਾ ਘੱਟੋ ਘੱਟ ਤੁਸੀਂ ਮੰਨ ਕੇ ਚਲੋ 15 ਲੱਖ ਦੇ ਕਰੀਬ ਜਿਹੜਾ ਖਰਚਾ ਹੋ ਚੁੱਕਾ ਹੈਗਾ। ਉਹ ਸਾਡਾ ਜਿਹੜਾ ਪਰਸਨਲ ਗਰੁੱਪ ਹੈਗਾ, ਦਾਨੀ ਸੱਜਣ ਹੈਗੇ, ਜਿਨ੍ਹਾਂ ਨੂੰ ਵੀ ਪਤਾ ਲੱਗ ਜਾਂਦਾ ਕਿ ਮਤਲਬ ਕਿ ਇੱਥੇ ਮਨੁੱਖਤਾ ਦੀ ਸੇਵਾ ਚੱਲ ਰਹੀ ਹੈਗੀ, ਉਹ ਸਾਨੂੰ ਜੇ ਕੋਈ ਸਹਿਯੋਗ ਦੇਣਾ ਚਾਹੁੰਦਾ ਹੈਗਾ, ਉਹ ਸਹਿਯੋਗ ਸਾਨੂੰ ਦੇ ਵੀ ਸਕਦਾ ਤੇ ਦੇ ਵੀ ਰਹੇ ਆ, ਤੇ ਅਸੀਂ ਉਹਨਾਂ ਦਾ ਜਿਹੜਾ ਪੈਸਾ ਹੈਗਾ ਪੂਰੇ ਪਾਰਦਰਸ਼ੀ ਤਰੀਕੇ ਨਾਲ ਉਹਦੀ ਵਰਤੋਂ ਕਰਦੇ ਹਾਂ ਜੀ। ਜਿਹੜੀ ਤੁਸੀਂ ਜ਼ਿਕਰ ਕੀਤਾ ਕਿ ਉੱਪਰ ਬਿਲਡਿੰਗ ਬਣ ਰਹੀ ਹੈ, ਸਾਨੂੰ ਦਿਖਾਓਗੇ ਤੁਸੀਂ? ਹਾਂਜੀ, ਜਿਹੜੀ ਉੱਪਰ ਉਹਦੇ ਤੇ ਕਿੰਨਾ ਖਰਚਾ ਆਇਆ ਜਾਂ ਕਿੱਦਾਂ? ਅਸੀਂ ਇਸ ਟਾਈਮ ਬਿਰਧ ਆਸ਼ਰਮ ਦੇ ਉੱਪਰਲੇ ਪੋਰਸ਼ਨ ਤੇ ਆ ਗਏ ਹਾਂ,
ਤੇ ਆਪਾਂ ਦਿਖਾਉਣੇ ਆ ਸਾਰਾ ਜਿਹੜਾ ਨਵਾਂ ਪੋਰਸ਼ਨ ਬਣ ਰਿਹਾ। ਇੱਥੇ ਬੈੱਡ ਲਗਾਏ ਜਾਣਗੇ ਬਜ਼ੁਰਗਾਂ ਵਾਸਤੇ। ਤਾਂ ਗੱਲਬਾਤ ਵੀ ਕਰਦੇ ਹਾਂ ਆਪਾਂ। ਵੀਰ ਜੀ, ਇਹ ਜਿਹੜਾ ਪੋਰਸ਼ਨ ਹੈ ਕਿੰਨੇ ਬੈੱਡਾਂ ਦਾ ਬਣਾ ਰਹੇ ਹੋ? ਇਹ ਜੀ ਸਾਡੇ ਕੋਲੇ 30 ਬਜ਼ੁਰਗਾਂ ਦੇ ਰਹਿਣ ਵਾਸਤੇ ਹੋਰ 30 ਬੈੱਡ ਇੱਥੇ ਹੋਰ ਲੱਗਣਗੇ ਜੀ। 30 ਬਜ਼ੁਰਗ ਇੱਥੇ ਰਹਿਣ ਕੇ ਆਪਣੀ ਜ਼ਿੰਦਗੀ ਵਧੀਆ ਬਸਰ ਕਰਨਗੇ ਜੀ। ਕਿੰਨਾ ਮਤਲਬ ਇਹਦੇ ਤੇ ਖਰਚਾ ਟੋਟਲ ਆ ਚੱਲਿਆ ਇਹ ਜਗ੍ਹਾ ਬਣਾਉਣ ਤੇ? ਇਹਦੇ 15 ਲੱਖ ਦੇ ਕਰੀਬ ਸਾਡਾ ਖਰਚਾ ਆ ਰਿਹਾ ਜੀ। ਬਾਕੀ ਅਸੀਂ ਅਜੇ ਪੂਰਾ ਹਿਸਾਬ ਕਿਤਾਬ ਤਾਂ ਨਹੀਂ ਲਾਇਆ ਗਾ, ਪਰ 15 ਲੱਖ ਦੇ ਕਰੀਬ ਸਾਰਾ 15 ਲੱਖ 'ਚ ਕੰਪਲੀਟ ਹੋ ਜਾਏਗੀ ਸਾਰੀ ਬਿਲਡਿੰਗ ਜੀ ਇਹ। ਹਾਂਜੀ। ਤੇ ਹੋਰ ਬਜ਼ੁਰਗ ਜਿੱਦਾਂ ਹੁਣ ਥੱਲੇ ਤੁਹਾਡੇ ਕੋਲ ਬਜ਼ੁਰਗ ਨੇ, ਹੋਰ ਬਜ਼ੁਰਗ ਕੋਈ ਆਉਣਗੇ ਤੁਹਾਡੇ ਕੋਲ? ਕੋਈ ਤੁਹਾਡੇ ਨਾਲ ਤਾਲਮੇਲ ਹੋਇਆ ਕਿਸੇ ਦਾ, ਜਾਂ ਇਹ ਪਹਿਲਾਂ ਤੋਂ ਪ੍ਰਬੰਧ ਕਰ ਰਹੇ ਹੋ? ਸਾਡੇ ਕੋਲੇ ਇਸ ਤਰ੍ਹਾਂ ਹੀ ਸਾਨੂੰ ਕੋਈ ਨਾ ਕੋਈ ਕਾਲ ਆਈ ਰਹਿੰਦੀ ਹੈ ਜੀ, ਮਤਲਬ ਕਿ ਇਸ ਜਗ੍ਹਾ ਤੇ ਕੋਈ ਬਜ਼ੁਰਗ ਹੈਗੇ ਆ, ਅਸੀਂ ਲੈ ਕੇ ਆਉਣੇ ਉਹਨਾਂ ਨੂੰ। ਤੇ ਇਸ ਕਰਕੇ ਹੋਰ ਵੀ ਸਾਡੇ ਕੋਲ ਹੈਗੀਆਂ ਵੈਰੀਫਿਕੇਸ਼ਨਾਂ, ਫਿਰ ਉਹਨਾਂ ਬਜ਼ੁਰਗਾਂ ਨੂੰ ਲਿਆ ਕੇ ਹੁਣ ਜਦੋਂ ਮੁਕੰਮਲ ਹੋ ਗਈ ਸਾਡੀ 10-15 ਦਿਨਾਂ ਦੇ ਵਿੱਚ ਅਸੀਂ ਉਹਦੀ ਓਪਨਿੰਗ ਕਰ ਦੇਣੀ ਹੈ ਬਿਲਡਿੰਗ ਦੇ ਵਿੱਚ ਜੀ। ਇੱਕ ਨਾ ਤੁਹਾਡੇ ਮੈਂ ਚੈਨਲ ਦੇ ਜ਼ਰੀਏ ਇੱਕ ਤੁਹਾਨੂੰ ਬੇਨਤੀ ਕਰਦਾਗਾ, ਮੈਂ ਸਾਰੀ ਦੁਨੀਆ ਨੂੰ ਬੇਨਤੀ ਕਰਦਾ ਕਿ ਜੇਕਰ ਤੁਹਾਡੇ ਕਿਤੇ ਵੀ ਧਿਆਨ ਦੇ ਵਿੱਚ ਬੇਸਹਾਰਾ ਬਜ਼ੁਰਗ ਮਾਤਾ ਪਿਤਾ ਰੁਲਦੇ ਹੋਣ ਤੇ ਸਾਨੂੰ ਦੱਸੋ, ਅਸੀਂ ਉਹਨਾਂ ਦੀ ਇੱਥੇ ਲਿਆ ਕੇ ਸੇਵਾ ਸੰਭਾਲ ਕਰਾਂਗੇ, ਕਿਉਂਕਿ ਸਾਡਾ ਮੇਨ ਮਕਸਦ ਇਹੀ ਹੈਗਾ ਮਨੁੱਖਤਾ ਰੁਲੇ ਨਾ। ਤੁਸੀਂ ਆਪਣਾ ਨੰਬਰ ਤੇ ਐਡਰੈਸ ਜਿਹੜਾ ਹੈ ਜ਼ਰੂਰ ਬੋਲ ਕੇ ਦੱਸੋ। ਹਾਂਜੀ, ਸਾਡਾ ਐਡਰੈਸ ਹੈਗਾ ਜੀ ਬਾਬਾ ਹੈਦਰ ਸ਼ੇਖ ਬਿਰਧ ਆਸ਼ਰਮ, ਬੇਦੀ ਨਗਰ, ਮੋਗਾ, ਬਿਲਕੁਲ ਗੋਧੇ ਵਾਲਾ ਜਿਹੜਾ ਸਟੇਡੀਅਮ ਆ ਜੀ ਉਹਦੇ ਨਾਲ ਹੈਗਾ। ਤੇ ਮੇਰਾ ਮੋਬਾਈਲ ਨੰਬਰ ਹੈਗਾ 97801210 9780001210। ਠੀਕ ਹੈ। ਤਾਂ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਜੇ ਕਿਸੇ ਦੇ ਸੰਪਰਕ ਵਿੱਚ ਵੀ ਕੋਈ ਬਜ਼ੁਰਗ ਹੋਵੇ ਜਾਂ ਮਾਤਾ ਹੋਵੇ ਜਿਹਨੂੰ ਉਹਨਾਂ ਦੇ ਬੱਚੇ ਨਾ ਸਾਂਭਦੇ ਹੋਣ ਜਾਂ ਲਾਵਾਰਸ ਹੋਣ, ਉਹਨਾਂ ਨੂੰ ਤੁਸੀਂ ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਇਹਨਾਂ ਤੱਕ ਪਹੁੰਚ ਸਕਦੇ ਹੋ। ਸਾਡੇ ਨਾਲ ਹੋਰ ਵੀ ਬਾਈ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ। ਬਾਈ ਜੀ, ਕੀ ਨਾਮ ਹੈ? ਗੁਰਬਚਨ ਸਿੰਘ ਵੀਰ ਜੀ। ਤੁਸੀਂ ਵੀ ਇੱਥੇ ਸੇਵਾ ਕਰਦੇ ਹੋ ਬਿਰਧ ਆਸ਼ਰਮ? ਬਿਲਕੁਲ ਵੀਰ ਜੀ ਦੇ ਨਾਲ ਆ ਜੀ। ਕਦੋਂ ਤੋਂ ਕਰ ਰਹੇ ਹੋ ਤੁਸੀਂ? ਮੈਨੂੰ 1 ਸਾਲ ਹੋ ਗਿਆ ਵੀਰ ਜੀ ਇੱਥੇ। 1 ਸਾਲ। ਬਿਲਕੁਲ ਜੀ। ਤਾਂ ਫਿਰ ਸਕੂਨ ਮਿਲਦਾ ਸੇਵਾ ਕਰਕੇ? ਬਿਲਕੁਲ ਜੀ, ਬਿਲਕੁਲ। ਦੇਖੋ, ਸਕੂਨ ਤਾਂ ਮਿਲਣੀ ਆ ਵੀ ਜਿਹੜਾ ਅੱਜ ਮਾਂ ਪਿਓ ਆ ਸਾਡਾ ਜਿਹੜਾ ਰੁਲ ਰਹੇ ਆ, ਬੱਚਿਆਂ ਨੇ ਘਰਾਂ ਤੋਂ ਕੱਢਦੇ ਆ, ਉਹਨਾਂ ਦੀ ਸਾਂਭ ਸੰਭਾਲ ਕਰਦੇ ਆ, ਤਾਂ ਮਨ ਨੂੰ ਬੜੀ ਖੁਸ਼ੀ ਮਿਲਦੀ ਆ। ਤੇ ਪਰਿਵਾਰ ਸਾਥ ਦਿੰਦਾ ਫਿਰ ਤੁਹਾਨੂੰ? ਬਿਲਕੁਲ ਜੀ, ਬਿਲਕੁਲ। ਬੱਚੇ ਰੋਕਦੇ? ਬਿਲਕੁਲ ਨਾ ਜੀ, ਨਾ। ਬੱਚਿਆਂ ਦਾ ਸੰਗ ਦੀ ਹੌਸਲਾ ਅਫਜ਼ਾਈ ਦਿੰਦੇ ਆ ਜੀ ਵੀ ਡੈਡੀ ਆਹ ਕੰਮ ਕਰੋ ਲਾਜ਼ਮੀ ਤੁਸੀਂ। ਕਰੋਨਾ ਕਾਲ ਚੱਲ ਰਿਹਾ ਆ, ਅੱਗੇ ਅਸੀਂ ਗਲੀ ਦੇ ਵਿੱਚ ਆ ਰਹੇ ਸੀ ਤਾਂ ਕੁਝ ਔਰਤਾਂ ਮਹੱਲੇ ਦੀਆਂ ਕਹੀ ਜਾਂਦੇ ਸੀ ਕਰੋਨਾ ਬੜਾ ਫੈਲ ਰਿਹਾ ਆ, ਇੱਥੇ ਇਕੱਠ ਹੋਈ ਜਾਂਦਾ, ਇੱਥੇ ਇਦਾਂ ਹੋਈ ਜਾਂਦਾ, ਤੁਹਾਨੂੰ ਤਾਂ ਨਹੀਂ ਕਰਦੇ ਕਹਿੰਦੇ? ਨਾ ਵੀਰ ਜੀ, ਨਹੀਂ ਕੋਈ ਇਹੋ ਜਿਹੀ ਪ੍ਰੋਬਲਮ। ਬਾਕੀ ਤੁਸੀਂ ਦੇਖ ਹੀ ਲਿਆ ਥੱਲੇ ਸਾਰਾ, ਤੁਸੀਂ ਦੇਖਿਆ ਜੀ ਵੀ ਕਿੰਨੀ ਸਾਫ਼ ਸਫਾਈ ਆ, ਕਿੰਨੀ ਸੇਵਾ ਸੰਭਾਲ ਆ ਉਹਨਾਂ ਦੀ। ਬਿਲਕੁਲ। ਸਾਡੇ ਨਾਲ ਇੱਕ ਹੋਰ ਨੌਜਵਾਨ ਮੌਜੂਦ ਨੇ। ਬਾਈ ਜੀ, ਕੀ ਨਾਮ ਤੁਹਾਡਾ? ਮੇਰਾ ਨਾਮ ਸੰਦੀਪ ਸਿੰਘ ਆ ਜੀ। ਕੀ ਕੰਮ ਕਰਦੇ ਹੋ ਤੁਸੀਂ? ਮੈਂ ਕਚਹਿਰੀ ਕੰਮ ਕਰਦਾ ਜੀ। ਕਚਹਿਰੀ ਕੰਮ ਕਰਦੇ ਹੋ। ਤਾਂ ਇੱਥੇ ਤੁਸੀਂ ਵੀ ਸੇਵਾ ਕਰ ਰਹੇ ਹੋ ਬਿਰਧ ਆਸ਼ਰਮ 'ਚ? ਹਾਂਜੀ ਹਾਂਜੀ, 1 ਸਾਲ ਤੋਂ ਕਰ ਰਿਹਾ ਸੇਵਾ ਜੀ। 1 ਸਾਲ ਤੋਂ? 1 ਸਾਲ ਤੋਂ ਹਾਂਜੀ। ਤੇ ਕਿੱਦਾਂ ਦਾ ਮਹਿਸੂਸ ਹੁੰਦਾ ਸੇਵਾ ਕਰਕੇ? ਬਹੁਤ ਵਧੀਆ ਮਹਿਸੂਸ ਹੁੰਦਾ ਜੀ, ਬਹੁਤ ਵਧੀਆ ਜੀ। ਦਿਲ ਖੁਸ਼ ਹੋ ਜਾਂਦਾ ਜੀ ਇੱਥੇ ਆ ਕੇ ਜੀ। ਬਜ਼ੁਰਗਾਂ ਦੀ ਸੇਵਾ ਕਰਕੇ ਮਾਣ ਮਹਿਸੂਸ ਹੁੰਦਾ? ਬਹੁਤ ਮਿਲਦਾ ਜੀ। ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ? ਕਿ ਵੱਧ ਤੋਂ ਵੱਧ ਸੇਵਾ ਕਰੋ, ਆਦੀ ਮਾਤਾ ਪਿਤਾ ਦੀ ਸੇਵਾ ਕਰੋ ਜੀ, ਬਸ ਇਹੀ ਮੈਂ ਕਹਿਣਾ ਚਾਹੁੰਦਾ ਜੀ। ਬਸ ਵੀਰ ਜੀ, ਜਿਨ੍ਹਾਂ ਨੇ ਮਤਲਬ ਮਾਂ ਪਿਓ ਨੂੰ ਆਪਣੇ ਘਰੋਂ ਕੱਢ ਦਿੱਤਾ ਆ, ਬਜ਼ੁਰਗਾਂ ਨੂੰ, ਕਿਸੇ ਨੇ ਮਾਤਾ ਨੂੰ ਘਰੋਂ ਕੱਢਤਾ, ਕਿਸੇ ਨੇ ਪਿਤਾ ਨੂੰ, ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ? ਮੈਂ ਜੀ ਸਾਰਿਆਂ ਨੂੰ, ਆਪਣੇ ਵੱਡਿਆਂ ਨੂੰ, ਭੈਣਾਂ ਭਰਾਵਾਂ ਨੂੰ, ਛੋਟਿਆਂ ਨੂੰ ਇੱਕ ਬੇਨਤੀ ਕਰਦਾਗਾ। ਸਾਡੇ ਮਾਂ ਪਿਓ ਨੇ ਸਾਨੂੰ ਜਨਮ ਦੇ ਕੇ, ਪਾਲ ਪਲੋਸ ਕੇ, ਵੱਡੇ ਕਰਕੇ, ਉਹਨਾਂ ਦੀਆਂ ਬੜੀਆਂ ਰੀਝਾਂ ਹੁੰਦੀਆਂ ਕਿ ਸਾਡਾ ਪੁੱਤ ਵੱਡਾ ਹੋਊਗਾ, ਸਾਡੀ ਸੇਵਾ ਸੰਭਾਲ ਕਰੂਗਾ, ਕੋਈ ਆਫੀਸਰ ਬਣੂਗਾ, ਕੋਈ ਜੌਬ ਕਰੂਗਾ। ਜਦੋਂ ਸਾਡੇ ਬਜ਼ੁਰਗ ਹੁੰਦੇ ਹੈਗੇ ਉਹ ਬਿਰਧ ਅਵਸਥਾ ਦੇ ਵਿੱਚ ਚਲੇ ਜਾਂਦੇ ਹੈਗੇ, ਜਦੋਂ ਅਸੀਂ ਉਹਨਾਂ ਦੀ ਸੇਵਾ ਸੰਭਾਲ ਕਰਨੀ ਹੁੰਦੀ ਹੈਗੀ ਤੇ ਅਸੀਂ ਉਦੋਂ ਉਹਨਾਂ ਨੂੰ ਸੜਕਾਂ ਤੇ ਰੋਲ ਦਿੰਦੇ ਆਂਗੇ, ਉਹਨਾਂ ਦੀ ਕੇਅਰ ਨਹੀਂ ਕਰਦੇਗੇ। ਮੈਂ ਤਾਂ ਇਹੀ ਕਹੂੰਗਾ ਅੰਤ ਵਿੱਚ, ਕਿਉਂਕਿ ਸਾਨੂੰ ਜੇਕਰ ਅਸੀਂ ਆਪਣੇ ਮਾਤਾ ਪਿਤਾ ਦੀ ਸੇਵਾ ਸੰਭਾਲ ਨਹੀਂ ਨਾ ਕਰ ਸਕਦੇਗੇ, ਸਾਨੂੰ ਗੁਰਦੁਆਰੇ, ਮੰਦਿਰ, ਮਸਜਿਦ ਜਾਣ ਦਾ ਕੋਈ ਹੱਕ ਨਹੀਂ ਹੈਗਾ ਤੇ ਨਾ ਹੀ ਸਾਨੂੰ ਉੱਥੋਂ ਕੀ ਫਲ ਮਿਲਣਾ ਗਾ ਜੀ। ਧੰਨਵਾਦ ਜੀ। ਆਪਾਂ ਅੱਗੇ ਵੀ ਗੱਲਬਾਤ ਕਰਾਂਗੇ ਥੱਲੇ ਜਾ ਕੇ। ਜਿਹੜੇ ਤੁਹਾਡਾ ਖਾਣਾ ਬਣਾਉਂਦੇ ਆ ਤਾਂ ਤੁਸੀਂ, ਤਾਂ ਉਹ ਰਸੋਈ ਵੀ ਸਾਨੂੰ ਦਿਖਾਈ ਜਾਵੇ ਜਿੱਥੇ ਤੁਸੀਂ ਖਾਣਾ ਤਿਆਰ ਕਰਦੇ ਹੋ। ਤਾਂ ਬਾਕੀ ਵੀ ਆਪਾਂ ਗੱਲਬਾਤ ਕਰਦੇ ਹਾਂ, ਆਓ ਚੱਲਦੇ ਹਾਂ। ਤਾਂ ਇਹ ਜਸਵੀਰ ਸਿੰਘ ਬਾਵਾ ਜੋ ਪੰਜਾਬ ਪੁਲਿਸ ਦੇ ਨੌਜਵਾਨ ਨੇ, ਇਹ ਬਜ਼ੁਰਗਾਂ ਦੀ ਹਰ ਰੋਜ਼ ਇਸੇ ਤਰ੍ਹਾਂ ਸੇਵਾ ਕਰਦੇ ਨੇ, ਕਿਉਂਕਿ ਬਜ਼ੁਰਗ ਜਿਹੜਾ ਆਪਣੇ ਆਪ ਵਾਲ ਨਹੀਂ ਵਾਹ ਸਕਦੇ ਜਾਂ ਨਹਾ ਧੋ ਨਹੀਂ ਸਕਦੇ, ਕਿਉਂਕਿ ਇਹਨਾਂ ਦਾ ਡਿਊਟੀ ਤੋਂ ਬਾਅਦ ਜਿਹੜੀ ਵੱਡੀ ਡਿਊਟੀ ਆ ਬਿਰਧ ਆਸ਼ਰਮ ਦੇ ਵਿੱਚ ਜਿਹੜੀ ਇਹ ਸੇਵਾ ਨਿਭਾਉਂਦੇ ਨੇ। ਤਾਂ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਪੰਜਾਬ ਪੁਲਿਸ ਦੇ ਨੌਜਵਾਨ ਨੇ ਬਜ਼ੁਰਗਾਂ ਦੇ ਵਾਲ ਵਾਹ ਕੇ ਉਹਨਾਂ ਦੇ ਦਸਤਾਰ ਜਿਹੜੇ ਸਜਾਉਂਦੇ ਨੇ। ਹਰ ਰੋਜ਼ ਦੀ ਤਰ੍ਹਾਂ ਹਰ ਇੱਕ ਬਜ਼ੁਰਗ ਤੇ ਹਰ ਇੱਕ ਮਾਤਾ ਦੀ ਸੇਵਾ ਇਸੇ ਤਰ੍ਹਾਂ ਹੀ ਕਰਦੇ ਨੇ। ਚਾਹੇ ਬਜ਼ੁਰਗ ਕਈ ਆਪਣੇ ਆਪ ਖਾਣਾ ਨਹੀਂ ਖਾ ਸਕਦੇ, ਵਾਸ਼ਰੂਮ ਨਹੀਂ ਜਾ ਸਕਦੇ, ਨਹਾ ਨਹੀਂ ਸਕਦੇ, ਤਾਂ ਇਹ ਜਿਹੜੀ ਸੇਵਾ ਆ ਇਹ ਨਾਲ ਪੰਜਾਬ ਪੁਲਿਸ ਦੇ ਨਾਲ ਹੋਰ ਵੀ ਸਾਡੇ ਵੀਰ ਨੇ, ਨੌਜਵਾਨ ਲੋਕਲ ਮੋਗਾ ਦੇ ਰਹਿਣ ਵਾਲੇ ਨੇ, ਉਹਨਾਂ ਵੱਲੋਂ ਜਿਹੜੀ ਰੋਜ਼ਾਨਾ ਦੀ ਤਰ੍ਹਾਂ ਇਹ ਸੇਵਾ ਨਿਭਾਈ ਜਾਂਦੀ ਆ। ਔਰ ਕਈ ਬਜ਼ੁਰਗ ਜਿਹੜੇ ਲਾਵਾਰਸ ਨੇ
ਉਹਨਾਂ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ, ਕਿਉਂਕਿ ਉਹਨਾਂ ਦਾ ਜਿਹੜਾ ਘਰ-ਬਾਰ ਦਾ ਪਤਾ ਨਹੀਂ ਲੱਗ ਰਿਹਾ, ਤਾਂ ਉਹਨਾਂ ਬਾਰੇ ਵੀ ਗੱਲਬਾਤ ਆਪਾਂ ਕਰਦੇ ਹਾਂ ਵੀਰ ਜੀ ਨਾਲ। ਵੀਰ ਜੀ, ਆਪਣੇ ਜਿਹੜੇ ਬਜ਼ੁਰਗ, ਜਿੱਦਾਂ ਤੁਸੀਂ ਇਹ ਦੱਸਿਆ ਸੀਗਾ ਕਿ ਇਹ ਬਜ਼ੁਰਗ ਤੁਸੀਂ ਇਹ ਕਿੱਥੋਂ ਫੜ ਕੇ ਲੈ ਕੇ ਆਏ? ਇਹ ਜਿਹੜੇ ਬਜ਼ੁਰਗ ਆ ਜੀ ਸਾਡੇ ਕੋਲੇ ਪਿਛਲੇ 1 ਮਹੀਨੇ ਤੋਂ ਇੱਥੇ ਰਹਿ ਰਹੇ ਨੇ। ਇਹ ਗੋਦੇ ਵਾਲਾ ਜੀਟੀ ਰੋਡ ਦੇ ਉੱਤੋਂ ਜੀ ਇਹਨਾਂ ਨੂੰ ਲਿਆਂਦਾ ਸੀਗਾ, ਬਹੁਤ ਹੀ ਬੁਰੀ ਹਾਲਾਤਾਂ ਦੇ ਵਿੱਚ। ਇਹਨਾਂ ਦਾ ਮੈਂ ਦੱਸ ਹੀ ਨਹੀਂ ਸਕਦਾ, ਬਿਆਨ ਹੀ ਨਹੀਂ ਕਰ ਸਕਦਾ ਜਿਹੜੇ ਉਸ ਟਾਈਮ ਤੇ ਇਹਨਾਂ ਦੇ ਹਾਲਾਤ ਸੀਗੇ। ਉੱਥੋਂ ਲੈ ਕੇ ਆਂਦਾ। ਇਹਨਾਂ ਬਜ਼ੁਰਗਾਂ ਦੀ ਨਿਗਾਹ ਬਹੁਤ ਹੀ ਜ਼ਿਆਦਾ ਨਾਮਾਤਰੀ ਹੈਗੀ, ਤੇ ਉੱਥੋਂ ਲੈ ਕੇ ਆਏ ਆ। ਅੱਜ ਇਹਨਾਂ ਦਾ ਪਤਾ ਨਹੀਂ, ਕੋਈ ਘਰ ਟਿਕਾਣੇ ਦਾ ਕੋਈ ਕੁਛ ਨਹੀਂ ਪਤਾ ਲੱਗ ਰਿਹਾ, ਨਾ ਹੀ ਇਹ ਜ਼ਿਆਦਾ ਬੋਲ ਰਹੇ ਆ ਤੇ ਨਾ ਹੀ ਸਾਨੂੰ ਦੱਸ ਰਹੇ ਆ ਮੇਰਾ ਐਡਰੈਸ ਕਿੱਥੋਂ ਦਾ ਗਾ, ਕਿਉਂਕਿ ਏਜ ਇਹਨਾਂ ਦੀ ਬਹੁਤ ਜ਼ਿਆਦਾ 85 ਸਾਲ ਦੇ ਕਰੀਬ ਇਹਨਾਂ ਦੀ ਏਜ ਲੱਗਦੀ ਹੈਗੀ ਮੈਨੂੰ, ਤੇ ਨਿਗਾਹ ਬਹੁਤ ਘੱਟ ਹੈਗੀ, ਬੋਲ ਕੇ ਦੱਸ ਨਹੀਂ ਰਹੇ ਕੁਛ ਮੈਂ ਕਿੱਥੋਂ ਦੇ ਰਹਿਣ ਵਾਲਾ ਗਾ। ਆਪਾਂ ਕੋਸ਼ਿਸ਼ ਕਰਦੇ ਹਾਂ ਬਜ਼ੁਰਗਾਂ ਨਾਲ ਗੱਲ ਕਰਨ ਦੀ। ਬਾਪੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਜ਼ੁਰਗੋ ਆਵਾਜ਼ ਆਵਾਜ਼ ਨਹੀਂ ਸੁਣ ਰਹੀ ਮੇਰੀ। ਤੁਹਾਡਾ ਪਿੰਡ ਕਿਹੜਾ? ਤੁਹਾਨੂੰ ਆਪਣੇ ਪਿੰਡ ਦਾ ਪਤਾ ਹੈ ਕਿ ਨਹੀਂ? ਤਾਂ ਉਮਰ ਜ਼ਿਆਦੀ ਹੋਣ ਦੇ ਕਾਰਨ ਬਜ਼ੁਰਗਾਂ ਤੋਂ ਬੋਲਿਆ ਨਹੀਂ ਜਾ ਰਿਹਾ, ਉਹ ਦੱਸ ਨਹੀਂ ਸਕਦੇ, ਕਿਉਂਕਿ ਇਹਨਾਂ ਦੀ ਨਿਗਾਹ ਵੀ ਘੱਟ ਆ ਬਹੁਤ ਜ਼ਿਆਦਾ, ਤਾਂ ਬੋਲਿਆ ਵੀ ਨਹੀਂ ਜਾ ਰਿਹਾ ਬਜ਼ੁਰਗਾਂ ਤੋਂ। ਇਹ ਆਪਣਾ ਪਿੰਡ ਨਹੀਂ ਦੱਸ ਰਹੇ। ਜੇ ਕਿਸੇ ਰਿਸ਼ਤੇਦਾਰ ਕੋਈ ਇਹਨਾਂ ਨੂੰ ਪਹਿਚਾਣਦਾ ਜਾਂ ਘਰ ਵਾਲੇ ਪਹਿਚਾਣਦੇ ਨੇ ਤਾਂ ਜ਼ਰੂਰ ਸੰਪਰਕ ਕਰਿਓ। ਇਸ ਬਿਰਧ ਆਸ਼ਰਮ ਦੇ ਮੋਗੇ ਬਿਰਧ ਆਸ਼ਰਮ ਤੱਕ ਜ਼ਰੂਰ ਪਹੁੰਚ ਕਰਿਓ, ਕਿਉਂਕਿ ਇਹ ਬਜ਼ੁਰਗ ਜਿਹੜੇ ਨੇ ਇਹ ਲਾਵਾਰਸ ਕਿਸੇ ਨੇ ਸੜਕ ਦੇ ਉੱਪਰ ਛੱਡੇ ਹੋਏ ਸਨ, ਤਾਂ ਇੱਥੇ ਵੀਰ ਹਰਾਂ ਨੇ ਲੈ ਕੇ ਆਉਂਦੇ ਨੇ। ਤਾਂ ਸਾਡੇ ਨਾਲ ਹੋਰ ਵੀ ਇੱਕ ਬਜ਼ੁਰਗ ਨੇ, ਵੀਰ ਜੀ ਉਹਨਾਂ ਬਾਰੇ ਵੀ ਗੱਲ ਕਰੀਏ ਆਪਾਂ। ਇਹ ਵੀ ਦੱਸ ਰਹੇ ਕਿ ਲਾਵਾਰਸ ਜਿਹੜੇ ਤੁਹਾਨੂੰ ਮਿਲੇ ਨੇ ਹਾਲਤ ਦੇ ਵਿੱਚ, ਇਹ ਵੀਰ ਜੀ ਇਹ ਕਿੱਥੋਂ ਦੇ ਨੇ ਬਜ਼ੁਰਗ? ਇਹ ਜੀ ਸਾਡੇ ਕੋਲੇ ਪਿਛਲੇ 1.5 ਸਾਲ ਤੋਂ ਪਿੰਡ ਚੜੈਕ ਤੋਂ ਕੋਈ ਵਧੀਆ ਇਨਸਾਨ ਇੱਥੇ ਛੱਡ ਕੇ ਗਏ ਸੀਗੇ ਜੀ। ਇਹਨਾਂ ਨੂੰ 1.5 ਸਾਲ ਤੋਂ ਰਹਿ ਰਹੇ ਆ। ਆਪਣਾ ਨਾਂ ਇਹ ਮੇਜਰ ਸਿੰਘ ਦੱਸਦੇ ਆਗੇ, ਤੇ ਪਰ ਅਜੇ ਹੋਰ ਨਹੀਂ ਦੱਸ ਰਹੇ ਸਾਨੂੰ ਕਲੀਅਰ, ਮਤਲਬ ਕਿ ਮੈਂ ਕਿੱਥੋਂ ਦਾ ਰਹਿਣ ਵਾਲਾ, ਮੇਰੇ ਮਾਤਾ ਪਿਤਾ ਦਾ ਨਾਂ ਕੀ ਆ, ਕੁਛ ਨਹੀਂ ਦੱਸ ਰਹੇ ਜੀ। ਇੱਕ ਰੱਬ ਰੂਪੀ ਰੂਹ ਆਗਾ ਤੇ ਆਪਣੇ ਬਸ ਮਸਤੀ ਦੇ ਵਿੱਚ ਹੀ ਰਹਿੰਦਾ ਜੀ ਇਹ। ਆਪਾਂ ਕੋਸ਼ਿਸ਼ ਕਰਦੇ ਹਾਂ। ਬਜ਼ੁਰਗੋ ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਆ ਜੀ ਤੁਹਾਡਾ? ਮੱਝੀ ਰਹਿ ਮੈਨੂੰ ਹਾਂਜੀ, ਮੱਝੀ ਰਹਿ ਮੇਜਰ ਸਿੰਘ। ਹਾਂ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ? ਉਰੀ ਅੱਛਾ, ਉਰੀ ਰਹਿੰਦੇ ਹੋ। ਹਾਂ ਘਰ ਤੁਹਾਡਾ ਇੱਥੇ ਹੀ ਹੈ? ਹਾਂ ਉਰੀ ਸਾਡਾ ਘਰ ਤਾਂ ਪਹਿਲਾਂ ਕਿੱਥੇ ਰਹਿੰਦੇ ਸੀ? ਪਹਿਲਾਂ ਉਰੀ ਹੁੰਦੇ ਸੀ ਤਾਂ। ਓਕੇ, ਇਹੀ ਘਰ ਤੁਹਾਡਾ? ਅੱਛਾ, ਇਹੀ ਘਰ ਤੁਹਾਡਾ। ਹਾਂ ਤੇ ਤੁਹਾਡੇ ਬੇਟੇ ਜਾਂ ਬੱਚੇ, ਬੇਟੀਆਂ? ਹੂੰ, ਬੇਟੇ ਤੁਹਾਡੇ ਹਾਂ ਹੈਗੇ ਨੇ? ਬੇਟੇ ਹਾਂ ਨਹੀਂ ਪਤਾ? ਉਹ ਸਾਡਾ ਹੈ। ਅੱਛਾ, ਉਰੀ ਸਾਡਾ ਹੈ। ਹਾਂ ਇਹ ਜੀ ਰੱਬ ਰੂਪੀ ਰੂਹ ਆ। ਓਕੇ, ਤੇ ਜਦੋਂ ਵੀ ਇਹੀ ਇਹਨੂੰ ਬੇਟਾ ਤੁਹਾਡਾ? ਇਹੀ ਹੈਂ? ਇਹ ਬੇਟਾ ਤੁਹਾਡਾ? ਹਾਂ ਠੀਕ ਆ। ਇਹ ਸੇਵਾ ਕਰਦੇ ਨੇ ਤੁਹਾਡੀ? ਕਿਉਂ ਕਰਦੇ ਨੇ ਹੈ? ਠੀਕ ਹੈ। ਕਰਦੇ ਕਿਉਂ ਨਹੀਂ? ਇਹ ਜੀ ਇੱਕ ਰੱਬ ਰੂਪੀ ਰੂਹ ਆ। ਜਦੋਂ ਵੀ ਅਸੀਂ ਇਹਨੂੰ ਪੁੱਛਦੇ ਆਂਗੇ ਮੇਜਰ ਸਿੰਘ ਤੇਰਾ ਆਪਣਾ ਪਿੰਡ ਕਿਹੜਾ ਗਾ, ਮੇਰਾ ਕਹੂਗਾ ਪਿੰਡ ਆਹੀ ਹੈਗਾ, ਆਹੀ ਹੈ, ਘਰ ਵੀ ਆਹੀ ਹੈ। ਘਰ ਵੀ ਮੇਰਾ ਇਹੀ ਹੈਗਾ। ਬਜ਼ੁਰਗਾਂ ਨੂੰ ਹੁਣ ਪੁੱਛਿਆ ਸੀ ਕਿ ਤੁਹਾਡਾ ਬੇਟਾ ਜਾਂ ਕੌਣ ਆ ਜਾਂ ਬੇਟੀ ਕੌਣ ਆ, ਤਾਂ ਉਹਨਾਂ ਨੇ ਜਸਵੀਰ ਸਿੰਘ ਬਾਬਾ ਜੀ ਵੱਲ ਹੱਥ ਕੀਤਾ ਕਿ ਇਹੀ ਮੇਰੇ ਬੇਟੇ ਨੇ, ਇਹੀ ਮੇਰਾ ਘਰ ਆ। ਤਾਂ ਵੱਡੀ ਸੇਵਾ ਆ ਇਹ ਨੌਜਵਾਨ ਦੀ, ਪੰਜਾਬ ਪੁਲਿਸ ਦੇ ਨੌਜਵਾਨ ਦੀ, ਜਿਹੜੇ ਕਿ ਬਜ਼ੁਰਗਾਂ ਦੀ ਸੇਵਾ ਲਗਾਤਾਰ ਕਰ ਰਹੇ। ਇੱਧਰ ਇੱਕ ਨੌਜਵਾਨ ਆ ਵੀਰ ਜੀ, ਉਹਦੇ ਬਾਰੇ ਵੀ ਸਾਨੂੰ ਜਾਣਕਾਰੀ ਦਿਓ। ਇਹ ਨੌਜਵਾਨ ਆ ਇੱਕ ਜੋ ਕਿ ਅਪਾਹਿਜ ਨੇ, ਦਿਮਾਗੀ ਹਾਲਤ ਵੀ ਠੀਕ ਨਹੀਂ। ਵੀਰ ਜੀ ਇਹ ਕਿੱਥੋਂ ਦੇ ਨੇ ਨੌਜਵਾਨ? ਇਹ ਜੀ ਇਹਦਾ ਨਾਮ ਹੈਗਾ ਹਰਦੀਪ ਸਿੰਘ ਜੀ, ਪਿੰਡ ਮੁਹੰਮਦਪੁਰ, ਜ਼ਿਲ੍ਹਾ ਸੰਗਰੂਰ, ਤਹਿਸੀਲ ਧੂਰੀ। ਇਸ ਬੱਚੇ ਦਾ ਨਾਂ ਤਾਂ ਕੋਈ ਮਾਤਾ ਪਿਤਾ ਸੀਗਾ ਜੀ, ਮਾਤਾ ਪਿਤਾ ਦੀ ਇਹਦੇ ਡੈਥ ਹੋ ਚੁੱਕੀ ਸੀ, ਨਾ ਹੀ ਇਹਦੇ ਦਾਦਾ ਦਾਦੀ ਹੈਗੇ, ਨਾ ਹੀ ਕੋਈ ਭੈਣ ਭਰਾ ਇਹਦਾ। ਇਹ ਆਪਣੇ ਇੱਕ ਦੂਰ ਦੀ ਰਿਸ਼ਤੇਦਾਰੀ ਵਿੱਚ ਰਹਿ ਰਿਹਾ ਸੀਗਾ, ਬਹੁਤ ਹੀ ਬੁਰੇ ਹਾਲਾਤਾਂ ਦਾ। ਜਿਸ ਦਿਨ ਅਸੀਂ ਇਹਨੂੰ ਲੈ ਕੇ ਆਂਦਾ, ਤੁਸੀਂ ਦੇਖੋ ਜੀ, ਇਹਦਾ ਜਿੱਥੇ ਜੀ ਕਰਦਾ ਜੀ ਉੱਥੇ ਲੈਟਰਿਨ ਕਰ ਦਿੰਦਾ ਸੀਗਾ। ਉਦੋਂ ਬਾਅਦ ਦੇ ਵਿੱਚ ਇਹਦੀ ਅਸੀਂ ਮੈਡੀਸਨ ਸ਼ੁਰੂ ਕੀਤੀ ਹੈਗੀ। ਹੁਣ ਇਹ ਅੱਜ ਇਹ 'ਤੇ ਐਡੀ ਕੁ ਵਾਹਿਗੁਰੂ ਦੀ ਕਿਰਪਾ ਹੋ ਚੁੱਕੀ ਹੈਗੀ, ਲੈਟਰਿਨ ਬਾਥਰੂਮ ਸਵੇਰੇ 4 ਵਜੇ ਉੱਠ ਕੇ ਜਾਂਦਾ ਗਾ, ਆਪਣੇ ਆਪ ਨਹਾਉਣ ਲੱਗ ਗਿਆ। ਪਹਿਲਾਂ ਜੇ ਕੋਈ ਕੇਲਾ ਫੜਾਉਣਾ, ਕੇਲਾ ਵੀ ਉਹਨੇ ਆਪਣੇ ਆਪ ਉਵੇਂ ਹੀ ਖਾ ਜਾਣਾ, ਹੁਣ ਕੇਲਾ ਵੀ ਛੱਲ ਕੇ। ਹਾਂਜੀ ਹਾਂਜੀ, ਬਹੁਤ ਹੀ ਇਹਨੂੰ ਸੈਂਸ ਆ ਚੁੱਕੀ ਹੈ ਜੀ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਇਹ ਸਾਡਾ ਬੱਚਾ ਜਿਹੜਾ ਹੈਗਾ ਚੜ੍ਹਦੀ ਕਲਾ ਵਿੱਚ ਰਹੇ ਜੀ। ਇਹ ਨੌਜਵਾਨ ਵੀਰ ਜੀ ਨੇ ਦੱਸਿਆ ਕਿ ਦਿਮਾਗੀ ਹਾਲਤ ਜਿਹੜੀ ਠੀਕ ਨਹੀਂ। ਵੀਰ ਜੀ ਕੀ ਨਾਮ ਆ ਤੁਹਾਡਾ? ਹਰਦੀਪ। ਕੀ ਹਰਦੀਪ ਨਾਮ ਆ? ਬੇਟੇ, ਓ ਬੇਟੇ ਹਰਦੀਪ। ਤੁਹਾਡਾ ਨਾਮ ਕੀ ਹੈ? ਰੱਬ ਰੂਪੀ ਰੂਹ ਆ ਜੀ ਬਸ ਇਹ।
ਸਾਡੀ ਰੌਣਕ ਆ ਜੀ ਆਸ਼ਰਮ ਦੀ ਇਹ ਅੱਛਾ ਜੀ। ਸਾਰੀ ਦਿਹਾੜੀ ਇਹਨੇ ਰੌਣਕਾਂ ਲਾਈ ਰੱਖਦਾ ਜੀ। ਓਕੇ, ਇਹ ਵੀਰ ਜੀ ਦਾ ਕਹਿਣਾ ਕਿ ਇਹ ਨੌਜਵਾਨ ਆ ਜਿਹੜਾ ਬਿਲਕੁਲ ਮਤਲਬ ਜਦੋਂ ਆਇਆ ਦਿਮਾਗੀ ਹਾਲਤ ਠੀਕ ਨਹੀਂ, ਤਾਂ ਟਾਇਲਟ ਜਾਣ ਦੀ ਵੀ ਜਿਹੜੀ ਸੁਰਤ ਨਹੀਂ, ਤੇ ਕੇਲਾ ਜਿਹੜਾ ਛਿਲਕੇ ਸਮੇਤ ਖਾ ਜਾਂਦਾ ਸੀ। ਇਹਨਾਂ ਨੇ ਇਹਦਾ ਇਲਾਜ ਕਰਵਾਇਆ, ਮੈਡੀਸਨ ਦਵਾਈ, ਤਾਂ ਹੁਣ ਬਿਲਕੁਲ ਇਹ ਜਿਹੜਾ ਨੌਜਵਾਨ ਠੀਕ ਆ। ਤਾਂ ਵੀਰ ਜੀ ਹੋਰ ਕੋਈ ਇਦਾਂ ਦਾ ਬਜ਼ੁਰਗ ਜਿਨ੍ਹਾਂ ਦੇ ਜਿਹੜੇ ਬੱਚੇ ਆ, ਜਿਨ੍ਹਾਂ ਨੇ ਬੱਚੇ ਹੁੰਦਿਆਂ ਇੱਥੇ ਆਪਣੇ ਮਾਂ ਪਿਓ ਨੂੰ ਛੱਡਿਆ, ਇਹਨਾਂ 'ਚੋਂ ਕੋਈ ਬਜ਼ੁਰਗ ਹੈ ਜਿਹੜਾ ਜਿਨ੍ਹਾਂ ਦੇ ਪਰਿਵਾਰ ਹੋਵੇ ਤਾਂ ਇੱਥੇ ਰਹਿ ਰਹੇ ਹੋਣ? ਇਸ ਤਰ੍ਹਾਂ ਜੀ ਇਹ ਸਾਡੇ ਕੋਲੇ ਮਾਤਾ ਜੀ ਜੀਰੇ ਤੋਂ ਲੈ ਕੇ ਆਏ ਆ, ਪਿਛਲੇ 3-4 ਮਹੀਨੇ ਤੋਂ ਰਹਿ ਰਹੇ ਹੈਗੇ। ਓਕੇ, ਤੇ ਇਹਨਾਂ ਦੇ ਕੋਈ ਹੈ ਨਹੀਂ ਸੀਗਾ ਪਰਿਵਾਰ ਦਾ ਕੋਈ ਮੈਂਬਰ। ਮਾਤਾ ਜੀ ਕੀ ਨਾਮ ਆ ਆਪਣਾ? ਲੀਲਾਵੰਤੀ। ਕਿੱਥੋਂ ਦੇ ਰਹਿਣ ਵਾਲੇ ਹੋ? ਅਸੀਂ ਬੜੀ ਦੂਰ ਦੇ ਰਹਿਣ ਵਾਲੇ ਹਾਂ। ਦੂਰ ਦੇ ਰਹਿਣ ਵਾਲੇ ਹੋ? ਆਹੋ, ਤੇ ਪਿੰਡ ਦਾ ਪਤਾ ਤੁਹਾਡਾ? ਸ਼ਹਿਰ ਜਾਂ ਪਿੰਡ ਕਿਹੜਾ ਸੀ? ਸਾਡਾ ਸ਼ਹਿਰ ਅਲਵਰ ਸੀ। ਓਕੇ, ਤਾਂ ਇੱਥੇ ਕਿੱਦਾਂ ਆਏ ਤੁਸੀਂ ਇਸ ਆਸ਼ਰਮ 'ਚ? ਇਸ ਆਸ਼ਰਮ ਮੈਂ ਪਹਿਲੇ ਤਾਂ ਮੇਰੀ ਭੈਣ ਰਹਿੰਦੀ ਸੀ ਜੀਰੇ, ਹਾਂਜੀ, ਉਹਦੇ ਕੋਲ ਰਹਿੰਦੀ ਸੀ। ਠੀਕ ਹੈ। ਫਿਰ ਬਣਵੇ ਦੀ ਡੈਥ ਹੋ ਗਈ, ਭੈਣ ਦੀ ਡੈਥ ਹੋ ਗਈ। ਫਿਰ ਉਹ ਬਣੇ ਜਿਹਾ ਨੇ ਕਾਟ ਛੋੜਿਆ ਮੈਨੂੰ। ਅੱਛਾ। ਫਿਰ ਉਹ ਨਾ ਇਹਨੂੰ ਆਖਿਆ ਭਾਈ ਇਹਨੂੰ ਲੈ ਜਾ, ਅਸੀਂ ਨਹੀਂ ਰੱਖਣਾ। ਜਿਹੜੇ ਤੁਹਾਡੀ ਭੈਣ ਦੇ ਬੱਚੇ ਸਨ, ਆਹੋ ਉਹਨਾਂ ਨੇ ਘਰੋਂ ਕੱਢਤਾ ਤੁਹਾਨੂੰ? ਆਹੋ ਤਾਂ ਤੁਸੀਂ ਫਿਰ ਇਹਨਾਂ ਨਾਲ ਸੰਪਰਕ ਕੀਤਾ, ਜਸਵੀਰ ਸਿੰਘ ਬਾਵਾ ਜੀ ਨਾਲ? ਆਹੋ, ਤਾਂ ਹੁਣ ਤੁਸੀਂ ਇੱਥੇ ਵਧੀਆ ਰਹੇ ਹੋ, ਖਾਣਾ ਪੀਣਾ ਵਧੀਆ ਮਿਲਦਾ? ਵਧੀਆ ਮਿਲਦਾ, ਸੇਵਾ ਤੁਹਾਡੀ ਐਨ ਵਧੀਆ ਸੇਵਾ ਕਰਦੇ ਨੇ? ਵਧੀਆ ਹੀ ਕਰਦੇ ਨੇ, ਕੋਈ ਦਿੱਕਤ ਤਾਂ ਨਹੀਂ ਆਉਂਦੀ? ਨਹੀਂ ਦਿੱਕਤ। ਠੀਕ ਆ ਜੀ। ਤਾਂ ਇਹ ਮਾਤਾ ਜੀ ਦਾ ਕਹਿਣਾ ਕਿ ਇਹ ਜੀਰੇ ਰਹਿੰਦੇ ਸਨ ਆਪਣੀ ਭੈਣ ਕੋਲੇ। ਇਹਨਾਂ ਦੇ ਭੈਣ ਔਰ ਜੀਜੇ ਦੀ ਮੌਤ ਹੋਣ ਤੋਂ ਬਾਅਦ ਉਹਨਾਂ ਦੇ ਬੱਚਿਆਂ ਨੇ ਜਿਹੜਾ ਇਹਨਾਂ ਨੂੰ ਘਰੋਂ ਕੱਢਤਾ। ਵੀਰ ਜੀ, ਖਾਣਾ ਜਿਹੜਾ ਤੁਸੀਂ ਤਿਆਰ ਕਰਦੇ ਹੋ ਉਹ ਸਾਨੂੰ ਮਤਲਬ ਇੱਕ ਵਾਰੀ ਕਿਚਨ ਦਿਖਾਓ, ਕਿੱਥੇ ਖਾਣਾ ਤਿਆਰ ਹੁੰਦਾ? ਤਾਂ ਆਪਾਂ ਦੇਖਦੇ ਹਾਂ ਜਿਹੜਾ ਖਾਣਾ ਆ ਬਿਲਕੁਲ ਬਜ਼ੁਰਗਾਂ ਲਈ, ਮਾਤਾਵਾਂ ਲਈ ਇੱਥੇ ਤਿਆਰ ਕੀਤਾ ਜਾਂਦਾ ਆ। ਇਹ ਸਾਡੀ ਕਿਚਨ ਆ ਜੀ, ਇੱਥੇ ਖਾਣਾ ਤਿਆਰ ਕਰ ਰਹੇ ਹੈਗੇ। ਸਾਡੇ ਇੱਥੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਦਰਸ਼ਨਾ ਜੀ, ਇਹ ਤੇ ਇਹਨਾਂ ਦਾ ਜਿਹੜਾ ਬੇਟਾ ਹੈਗਾ, ਦੋਨੇ ਇੱਥੇ ਆਸ਼ਰਮ ਦੇ ਵਿੱਚ ਸੇਵਾ ਕਰਦੇ ਨੇ। ਇੱਥੇ 3 ਟਾਈਮ ਖਾਣਾ ਤਿਆਰ ਹੁੰਦਾ ਜੀ, 4 ਟਾਈਮ ਚਾਹ ਮਿਲਦੀ ਹੈਗੀ। ਜੇਕਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਹੋਰ ਲੋੜ ਪਵੇ, ਜਦੋਂ ਮਰਜ਼ੀ ਇੱਥੇ ਇਹਨਾਂ ਤੋਂ ਚੀਜ਼ ਤਿਆਰ ਕਰਵਾ ਕੇ ਖਾ ਸਕਦਾ ਜੀ। ਜੀ, ਤਾਂ ਇਹ ਵੀਰ ਜੀ ਨੇ ਦੱਸਿਆ ਕਿ ਇਹ ਕਿਚਨ ਆ ਜਿੱਥੇ ਕਿ ਹਰ ਰੋਜ਼ ਦੀ ਤਰ੍ਹਾਂ ਖਾਣਾ ਤਿਆਰ ਹੁੰਦਾ ਆ ਔਰ ਬਜ਼ੁਰਗਾਂ ਨੂੰ ਖਵਾਇਆ ਜਾਂਦਾ ਆ। ਤਾਂ ਅੱਗੇ ਵੀ ਆਪਾਂ ਗੱਲਬਾਤ ਕਰਦੇ ਹਾਂ। ਆਜੋ ਵੀਰ ਜੀ, ਬੈਠ ਕੇ ਕਰਦੇ ਆਪਾਂ ਗੱਲਬਾਤ। ਤਾਂ ਸਾਡੇ ਨਾਲ ਇੱਥੇ ਬਜ਼ੁਰਗ ਨੇ ਇੱਕ, ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਬਾਪੂ ਜੀ, ਨਾਮ ਕੀ ਆਪਣਾ? ਮੇਰਾ ਨਾਮ ਜੀ ਸਰਦਾਰ ਮਹਿੰਦਰ ਸਿੰਘ ਹੈ ਜੀ। ਕਿੱਥੋਂ ਦੇ ਰਹਿਣ ਵਾਲੇ ਹੋ? ਮੋਗਾ ਮਹੱਲਾ ਬੇਜੀ ਨਗਰ, ਇੱਥੇ ਹੀ ਲੋਕਲ ਹੀ ਹੈ ਜੀ। ਲੋਕਲ ਰਹਿੰਦੇ ਹੋ? ਤੇ ਤੁਹਾਡੇ ਬੱਚੇ ਜਾਂ ਬੇਟੇ ਬੇਟੀਆਂ ਹੈਗੇ ਨੇ? ਮੇਰੀ ਜੀ ਫੈਮਿਲੀ ਸੀਗੀ, ਉਹ ਮੋਟਰ ਐਕਸੀਡੈਂਟ ਨਾਲ 6 ਜਣੇ ਖਤਮ ਹੋ ਚੁੱਕੇ। ਲੜਕਾ ਹੈ, ਲੜਕਾ ਮਤਲਬ ਕਿ ਬਿਲਕੁਲ ਨਹੀਂ ਆਇਆ ਜਦੋਂ ਮੇਰਾ ਐਕਸੀਡੈਂਟ ਹੋਇਆ। ਮੈਂ ਡਿਊਟੀ ਕਰ ਰਿਹਾ ਸੀ ਐਜ ਏ ਸਿਕਿਉਰਟੀ ਗਾਰਡ ਬੈਂਕ ਦੇ ਵਿੱਚ। ਮੇਰਾ ਐਕਸੀਡੈਂਟ ਹੋਣ ਨਾਲ ਮੇਰੀ ਫਿਰ ਪਰਵਰਿਸ਼ ਇਹ ਕਰਾ ਰਿਹਾ, ਟ੍ਰੀਟਮੈਂਟ ਜਿੰਨਾ ਕਰਾ ਰਹੇ ਇਹ ਕਰ ਰਹੇ ਆ ਜੀ। ਹਾਂ ਜੀ। ਤੁਸੀਂ ਪਹਿਲਾਂ ਆਰਮੀ 'ਚ ਸੀਗੇ, ਰਿਟਾਇਰਡ? ਆਰਮੀ ਦੇ ਵਿੱਚ ਸੀਗਾ ਤੇ ਆ ਗਿਆ ਸੀ ਉੱਥੋਂ ਕਰਕੇ, ਮੇਰੇ ਫੈਮਿਲੀ ਡੈਥ ਹੋਣ ਤੋਂ ਵਜ੍ਹਾ ਨਾਲ। ਪਰਿਵਾਰ ਦੇ ਜਿਹੜੇ ਸਾਰੇ ਮੈਂਬਰਾਂ ਦੀ ਮੌਤ ਹੋ ਗਈ ਸੀ ਐਕਸੀਡੈਂਟ ਰਾਹੀਂ? ਇੱਕ ਤਕਰੀਬਨ 5 ਸਾਲ ਤੋਂ ਉੱਤੇ ਹੋ ਗਿਆ ਜੀ। ਇੱਥੇ ਕੀਰਤਪੁਰ ਸਾਹਿਬ ਦੇ ਕੋਲ ਐਕਸੀਡੈਂਟ ਹੋ ਗਿਆ ਸੀਗਾ। ਹਾਂ ਜੀ। ਤੇ ਹੁਣ ਤੁਹਾਡਾ ਇੱਕ ਬੇਟਾ ਹੈਗਾ ਜੀ? ਬੇਟਾ ਹੈ, ਬੇਟਾ ਜਦੋਂ ਦਾ ਮੇਰਾ ਐਕਸੀਡੈਂਟ ਹੋਇਆ ਕੋਈ ਵੀ ਨਹੀਂ ਮੇਰੇ ਪਾਸ ਆਇਆ ਇੱਥੇ ਹਾਲ ਤੱਕ। ਤੁਹਾਨੂੰ ਸਾਂਭਦੇ ਨਹੀਂ, ਪੁੱਛਦੇ ਨਹੀਂ ਬਿਲਕੁਲ ਵੀ? ਮੇਰਾ ਲੈ ਕੇ ਆਏ ਕਰਕੇ ਟ੍ਰੀਟਮੈਂਟ ਵਗੈਰਾ ਸਭ ਕੁਝ ਕਰ ਰਹੇ ਆ ਤੇ ਬਹੁਤ ਵਧੀਆ ਮਾਹੌਲ ਹੈ ਮਤਲਬ ਕਿ ਸਾਡੇ ਆਸ਼ਰਮ ਦਾ। ਇਹ ਤੁਹਾਨੂੰ ਕੌਣ ਸਾਂਭ ਰਿਹਾ ਇੱਥੇ ਆਸ਼ਰਮ 'ਚ? ਸਰਦਾਰ ਜਸਵੀਰ ਸਿੰਘ ਬਾਵਾ ਜੀ, ਸਾਡੇ ਵੱਡੇ ਵੀਰ ਜੀ। ਤੇ ਤੁਹਾਨੂੰ ਕੋਈ ਦਿੱਕਤ, ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ? ਨਹੀਂ ਜੀ, ਬਿਲਕੁਲ ਕੋਈ ਦਿੱਕਤ ਨਹੀਂ। ਖਾਣ ਪੀਣ ਵੱਲੋਂ ਹਰੇਕ ਚੀਜ਼ ਬਹੁਤ ਵਧੀਆ ਮਿਲੀ ਜਾਂਦੀ ਹੈ, ਸਭ ਕੁਛ। ਹੋਰ ਕੋਈ ਗੱਲਬਾਤ ਨਹੀਂ। ਕੱਪੜਾ ਧੋਤਾ, ਰੋਟੀ ਪਾਣੀ ਵਧੀਆ ਫਰੈਸ਼, ਹਰੇਕ ਚੀਜ਼ ਮਿਲ ਰਹੀ ਹੈ। ਜਿਹੜੀ ਚੀਜ਼ ਇਹਨਾਂ ਨੂੰ ਕਹੀਦਾ ਉਹ ਇਹ ਹਾਜ਼ਰ ਕਰ ਦਿੰਦੇ ਆ। ਜੇ ਮੈਡੀਸਨ ਦੀ ਲੋੜ ਪੈਂਦੀ ਦਵਾਈ ਬਿਲਕੁਲ ਹਾਜ਼ਰ ਕਰਦੇ ਆ ਜੀ, ਹਰੇਕ ਚੀਜ਼ ਇਹ। ਤੁਹਾਨੂੰ ਕੋਈ ਦਿੱਕਤ ਨਹੀਂ? ਨਹੀਂ, ਬਿਲਕੁਲ ਕੋਈ ਦਿੱਕਤ ਨਹੀਂ ਹੈ ਜੀ। ਠੀਕ ਹੈ ਜੀ। ਤਾਂ ਇਹ ਬਜ਼ੁਰਗ ਸਨ ਜਿਨ੍ਹਾਂ ਦਾ ਕਹਿਣਾ ਕਿ ਇਹਨਾਂ ਦੇ 5 ਪਰਿਵਾਰ ਦੇ ਮੈਂਬਰ ਇੱਕੇ ਵਾਰੀ ਐਕਸੀਡੈਂਟ ਹੋਣ ਨਾਲ ਕੀਰਤਪੁਰ ਸਾਹਿਬ ਦੇ ਕੋਲ ਉਹਨਾਂ ਦੀ ਸਾਰਿਆਂ ਦੀ ਮੌਤ ਹੋ ਗਈ। ਤਾਂ ਇੱਕ ਬੇਟਾ ਇਹਨਾਂ ਦਾ ਬਚਿਆ ਜਿਹੜਾ ਉਹ ਵੀ ਇਹਨਾਂ ਦੀ ਦੇਖ ਰੇਖ ਨਹੀਂ ਕਰ ਰਿਹਾ। ਉਹ ਵੀ ਇੱਥੇ ਲੋਕਲ ਮੋਗਾ ਦੇ ਵਿੱਚ ਹੀ ਰਹਿੰਦਾ, ਪਰ ਉਹ ਬੇਟਾ ਹੋਣ ਦੇ ਬਾਵਜੂਦ ਵੀ ਇਹ ਬਜ਼ੁਰਗ ਨੂੰ ਇੱਥੇ ਰਹਿਣਾ ਪੈ ਰਿਹਾ। ਤਾਂ ਹੁਣ ਆਪਾਂ ਗੱਲਬਾਤ ਕਰਦੇ ਹਾਂ ਸਾਡੇ ਵੀਰ ਜੀ ਨਾਲ, ਕਿਉਂਕਿ ਗੱਲਾਂ ਸਾਰੀਆਂ ਬਹੁਤ ਹੋ ਗਈਆਂ ਨੇ। ਆਪਾਂ ਐਂਡ ਵਾਲੀ ਗੱਲਬਾਤ ਜਿਹੜੀ ਵੀਰ ਜੀ ਨੂੰ ਪੁੱਛ ਲੈਂਦੇ ਹਾਂ। ਵੀਰ ਜੀ, ਜਿਹੜਾ ਲੋਕ ਦਾਨ ਕਰਦੇ ਨੇ ਜਾਂ ਡੋਨੇਟ ਕਰਦੇ ਨੇ, ਉਹਨਾਂ ਨੂੰ ਕਿਸ ਤਰ੍ਹਾਂ ਦੇ ਬੰਦੇ ਦੇਖ ਕੇ ਕਰਨਾ ਚਾਹੀਦਾ? ਜਾਂ ਕਿਉਂਕਿ ਅੱਜ ਕੱਲ੍ਹ ਬਹੁਤ ਵੱਡੇ ਘਪਲੇ ਵੀ ਹੋ ਰਹੇ ਨੇ, ਸੇਵਾ ਦੇ ਨਾਂ 'ਤੇ
ਪੈਸਾ ਬਾਹਰੋਂ ਮੰਗਾਇਆ ਜਾਂਦਾ ਪਰ ਲੁੱਟਿਆ ਜਾ ਰਿਹਾ ਹੈ। ਕੀ ਸੰਦੇਸ਼ ਦੇਣਾ ਚਾਹੁੰਦੇ? ਮੈਂ ਜੀ ਬੇਨਤੀ ਕਰੂੰਗਾ ਹੱਥ ਜੋੜ ਕੇ, ਪਹਿਲਾਂ ਤਾਂ ਮੈਂ ਆਪਣੇ ਰੱਬ ਰੂਪੀ ਦਾਨੀ ਸੱਜਣਾ ਦਾ, ਉਹ ਭਾਵੇਂ ਸਾਡੀ ਸੰਸਥਾ ਨੂੰ ਸਪੋਰਟ ਕਰਦੇ ਆ ਭਾਵੇਂ ਕਿਸੇ ਹੋਰ ਨੂੰ ਕਰਦੇ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈਗਾ। ਮੇਰੇ ਕੋਲੇ ਕੋਈ ਸ਼ਬਦ ਨਹੀਂ ਮੈਂ ਜਿਹੜਾ ਉਹਨਾਂ ਦੀ ਸ਼ਲਾਘਾ ਕਰ ਸਕਾਂ, ਕਿਉਂਕਿ ਜਿੰਨੀਆਂ ਵੀ ਸੰਸਥਾ ਹੈਗੀਆਂ ਰੱਬ ਰੂਪੀ ਦਾਨੀ ਸੱਜਣਾ ਦੇ ਸਹਿਯੋਗ ਨਾਲ ਚੱਲ ਰਹੀਆਂ ਨੇ। ਮੈਂ ਦਾਨੀ ਸੱਜਣ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਜਦੋਂ ਵੀ ਤੁਸੀਂ ਦਾਨ ਦੇਣਾ ਕਿਸੇ ਵੀ ਸੰਸਥਾ ਨੂੰ, ਉਸ ਸੰਸਥਾ ਦੇ ਵਿੱਚ ਵੜ ਜਾਓ। ਪਹਿਲਾਂ ਤਾਂ ਉਸ ਸੰਸਥਾ ਦੀ ਪੂਰੀ ਘੋਖ ਪੜਤਾਲ ਸੀਕ੍ਰੇਟ ਤੌਰ ਤੇ ਪਤਾ ਕਰੋ, ਇਹ ਸੰਸਥਾ ਕੀ ਕੰਮ ਕਰਦੀ ਆ, ਇਹਨਾਂ ਨੂੰ ਵਾਕਿਆ ਹੀ ਦਾਨ ਦੀ ਲੋੜ ਹੈਗੀ। ਕਿਉਂਕਿ ਅੱਜ ਕੱਲ੍ਹ ਸਮਾਜ ਸੇਵਾ ਦੇ ਨਾਂ ਤੇ, ਪਹਿਲਾਂ ਵੀ ਤੁਹਾਨੂੰ ਪਤਾ ਸਮਾਜ ਸੇਵਾ ਹੈਗੀ ਬਹੁਤ ਬਦਨਾਮ ਹੋ ਚੁੱਕੀ ਹੈਗੀ। ਬਸ ਮੈਂ ਇਹੀ ਬੇਨਤੀ ਕਰੂੰਗਾ, ਜਿੱਥੇ ਵੀ ਤੁਸੀਂ ਦਾਨ ਦੇਣਾਗਾ ਉਹਨੂੰ ਪੂਰਾ ਖੁਫੀਆ ਤੌਰ ਤੇ ਪੂਰਾ ਉਹਦੀ ਪੜਤਾਲ ਕਰੋ, ਇਹ ਵਾਕਈ ਇੱਥੇ ਲੋੜ ਹੈਗੀ ਹੈ ਦਾਨ ਦੀ। ਤੇ ਨਹੀਂ ਤਾਂ ਅੱਜ ਕੱਲ੍ਹ ਕਾਫੀ ਲੋਕਾਂ ਦਾ ਜਿਹੜਾ ਹੈਗਾ ਉਹਨਾਂ ਨੇ ਇਹਨਾਂ ਨੂੰ ਇੱਕ ਬਿਜ਼ਨਸ ਤੌਰ ਤੇ ਲੈ ਰਹੇ ਨੇ। ਕਿਉਂਕਿ ਜੇ ਦੇਖੀਏ ਤਾਂ ਆਪਾਂ ਪਰਮਾਤਮਾ ਬੈਠਾ, ਜੇਕਰ ਅਸੀਂ ਕੋਈ ਗਲਤ ਕੰਮ ਕਰਾਂਗੇ ਵੀ, ਜੇਕਰ ਕੋਈ ਇੱਥੋਂ ਦਾ ਕੋਈ ਦਾਨ ਦਿੱਤਾ ਉਹਦਾ ਖਾਵਾਂਗੇ ਵੀ, ਸਾਨੂੰ ਉਹਦਾ ਪਤਾ ਉਹਦਾ ਜਿਹੜਾ ਐਂਡ ਹੈਗਾ ਬਹੁਤ ਮਾੜਾ ਹੋਊਗਾ। ਕਿਉਂਕਿ ਕਿਸੇ ਨੇ ਇਲਾਜ ਕਰਾਉਣ ਲਈ ਦਿੱਤੇ ਹੁੰਦੇ ਹੈਗੇ ਪੈਸੇ, ਡੋਨੇਸ਼ਨ ਦਿੱਤੀ ਹੁੰਦੀ ਹੈ, ਕਿਸੇ ਨੇ ਘਰ ਬਣਾਉਣ ਵਾਸਤੇ ਦਿੱਤਾ ਹੁੰਦਾ, ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਦਾਨ ਦਿੱਤਾ ਹੁੰਦਾ ਹੈਗਾ। ਜਦੋਂ ਵੀ ਕੋਈ ਉਹਨਾਂ ਨੇ ਦਾਨ ਦੇਤਾ, ਉਹਨਾਂ ਦੀ ਜਿਹੜੀ ਦਾਨੀ ਸੱਜਣਾ ਦੀ ਧੁਰ ਦਰਗਾਹ ਜਿਹੜੀ ਹੈਗੀ ਆ ਹਾਜ਼ਰੀ ਲੱਗ ਚੁੱਕੀ ਹੁੰਦੀ ਹੈਗੀ। ਜੇਕਰ ਅਸੀਂ ਉਹਦੀ ਗਲਤ ਦੁਰਵਰਤੋਂ ਕਰਕੇ ਉਹਨੂੰ ਪੈਸੇ ਨੂੰ ਆਪਾਂ ਜਾਂ ਆਪਣੀਆਂ ਜੇਬਾਂ 'ਚ ਪਾਵਾਂਗੇ, ਉਹਦਾ ਬਹੁਤ ਹੀ ਜ਼ਿਆਦਾ ਐਂਡ ਮਾੜਾ ਹੋਊਗਾ ਜੀ। ਬਿਲਕੁਲ ਜੀ, ਇਹ ਵੀਰ ਜੀ ਹਰਾਂ ਦਾ ਕਹਿਣਾ ਕਿ ਜਿਹੜਾ ਦਾਨ ਤੁਸੀਂ ਕਰਨਾ ਆ ਬਿਲਕੁਲ ਘੋਖ ਕਰਕੇ ਦਾਨ ਕਰਿਆ ਕਰੋ। ਜਿੱਥੇ ਵੀ ਤੁਸੀਂ ਪੈਸਾ ਡੋਨੇਟ ਕਰਨਾ ਆ, ਪਹਿਲਾਂ ਬਿਲਕੁਲ ਉਹਦੇ ਬਾਰੇ ਜਾਣਕਾਰੀ ਲਓ ਕਿ ਉਹ ਸਹੀ ਹੱਥਾਂ ਵਿੱਚ ਜਾ ਰਿਹਾ ਜਾਂ ਸਹੀ ਹੱਥਾਂ ਦੇ ਰਾਹੀਂ ਲੱਗ ਰਿਹਾ ਪੈਸਾ ਤੁਹਾਡਾ, ਕਿ ਜਾਂ ਫਰਾਡ ਹੋ ਰਿਹਾ। ਜਿੱਦਾਂ ਪਿੱਛੇ ਰੌਲਾ ਵੀ ਪਿਆ ਸੀ ਗੋਲਡੀ ਪੀਪੀ ਪੁਨੀਤ ਹਰਾਂ ਦਾ, ਕਾਫੀ ਜਿਹੜਾ ਰੌਲਾ ਪਿਆ ਸੀ ਕਿ ਜਿਹੜਾ ਪੈਸਾ ਲੋਕਾਂ ਦੇ ਦਾਨ ਦਾ ਪੈਸਾ ਆਉਂਦਾ ਆ ਉਹਦੀ ਦੁਰਵਰਤੋਂ ਕੀਤੀ ਜਾਂਦੀ ਆ, ਹੋਟਲਾਂ ਦੇ ਵਿੱਚ ਖਾਣੇ ਖਾਧੇ ਜਾਂਦੇ ਨੇ, ਅਯਾਸ਼ੀ ਕੀਤੀ ਜਾਂਦੀ ਆ। ਪਰ ਨੌਜਵਾਨ, ਇਹ ਜਿਹੜੇ ਪੰਜਾਬ ਪੁਲਿਸ ਦੇ ਨੌਜਵਾਨ ਜਸਵੀਰ ਸਿੰਘ ਬਾਵਾ ਜੀ ਇੱਕ ਮਿਸਾਲ ਦੇ ਤੌਰ ਤੇ ਲੋਕਾਂ ਦੇ ਵਿੱਚ ਵਿਚਰ ਰਹੇ ਨੇ। ਇਹਨਾਂ ਦੀ ਮਿਸਾਲ ਵਾਕਈ ਅਸੀਂ ਦੇ ਸਕਦੇ ਹਾਂ ਕਿ ਜਿਹੜਾ ਪੈਸਾ ਦਾਨ ਦਾ ਪੈਸਾ ਆਉਂਦਾ ਉਹ ਸਹੀ ਜਗ੍ਹਾ ਤੇ ਲੱਗ ਰਿਹਾ। ਇਹਨਾਂ ਨੇ ਬੇਨਤੀ ਵੀ ਕੀਤੀ ਆ, ਜਿਨ੍ਹਾਂ ਵੀਰਾਂ ਨੇ ਦਾਨ ਕਰਨਾ ਹੋਵੇ ਜਾਂ ਇੱਥੇ ਬਜ਼ੁਰਗਾਂ ਦੀ ਸੇਵਾ ਵਿੱਚ ਕੋਈ ਪੈਸਾ ਦੇਣਾ ਹੋਵੇ ਤਾਂ ਬਿਲਕੁਲ ਬਕਾਇਦਾ ਪਹਿਲਾਂ ਰਸੀਦ ਕੱਟ ਕੇ ਦਿੰਦੇ ਨੇ, ਔਰ ਜਿਹੜਾ ਪੈਸਾ ਇੱਕ ਇੱਕ ਪੈਸੇ ਦਾ ਹਿਸਾਬ ਇਹਨਾਂ ਦੇ ਕੋਲ ਆ, ਚਾਹੇ ਉਹ ਬਿਲਡਿੰਗ ਉੱਪਰ ਬਣ ਰਹੀ ਹੋਵੇ, ਚਾਹੇ ਇਹ ਮੈਡੀਸਨ ਲੈ ਕੇ ਆਉਂਦੇ ਹੋਣ ਹਰ ਰੋਜ਼, ਬਜ਼ੁਰਗਾਂ ਦੀ ਸੇਵਾ ਵਿੱਚ ਪੈਸਾ ਲੱਗਦਾ, ਕੱਪੜੇ ਤੇ ਲੱਗਦਾ ਆ, ਜਾਂ ਦਫ਼ਤਰ ਦੇ ਜੋ ਵੀ ਇੱਥੇ ਆਸ਼ਰਮ ਬਣਿਆ ਹੋਇਆ ਉਹਦੇ ਤੇ ਕੋਈ ਪੈਸਾ ਲੱਗਦਾ, ਤਾਂ ਉਹਦਾ ਇੱਕ ਇੱਕ ਰੁਪਈਏ ਦਾ ਇਹ ਹਿਸਾਬ ਦੇਣ ਯੋਗ ਨੇ। ਤਾਂ ਵੀਰ ਜੀ, ਇੱਕ ਤੁਹਾਡਾ ਤੁਸੀਂ ਦੱਸਿਆ ਸੀਗਾ ਕਿ ਤੁਹਾਡਾ ਪੇਜ ਚੱਲਦਾ ਆ ਫੇਸਬੁੱਕ ਦੇ ਉੱਪਰ, ਉਹਦੇ ਉੱਪਰ ਤੁਸੀਂ ਅਪਡੇਟ ਜਿਹੜੀ ਆ ਹਰ ਰੋਜ਼ ਪਾਉਂਦੇ ਰਹਿੰਦੇ ਹੋ? ਮੈਂ ਜੀ ਜਦੋਂ ਤੋਂ ਸਾਡੀ 20/2/21 ਨੂੰ ਬਿਲਡਿੰਗ ਦਾ ਕੰਮ ਸ਼ੁਰੂ ਹੋਇਆ ਸੀਗਾ, ਮੇਰਾ ਪੇਜ ਬਣਿਆ ਹੋਇਆ ਬਾਵਾ ਪੀਪੀ ਨਾਂ ਤੇ। ਉਸ ਦਿਨ ਤੋਂ ਲੈ ਕੇ ਪਿਛਲੀ 24-25 ਤਰੀਕ ਤੱਕ ਉਹਦਾ ਤੇ ਪੂਰਾ ਜਿਹੜਾ ਹੈਗਾ ਅਪਡੇਟ ਆ, ਜਿੰਨੀ ਸਾਨੂੰ ਡੋਨੇਸ਼ਨ ਆਈ ਹੈਗੀ, ਜਿੰਨਾ ਸਾਨੂੰ ਇੱਥੇ ਲੇਬਰ ਲੱਗੀ ਹੈ, ਕਿੰਨਾ ਇੱਥੇ ਮਟੀਰੀਅਲ ਲਾ ਕੇ ਖਰਚਾ ਹੋ ਚੁੱਕਾ, ਅਪਡੇਟ ਜਿਹੜੀ ਅੱਜ ਦੀ ਤਰੀਕ ਤੱਕ ਜਿਹੜਾ ਹੈਗਾ ਮੈਂ ਉਹ ਅੱਜ ਸ਼ਾਮ ਨੂੰ ਜਾ ਕੇ ਅਪਡੇਟ ਕਰ ਦੇਣਾਗਾ। ਉਹ ਆਨਲਾਈਨ ਆ ਸਾਰਾ ਹਿਸਾਬ ਕਿਤਾਬ। ਬਾਕੀ ਮੈਂ ਅੱਗੇ ਵੀ ਪਿਛਲੀ ਵਾਰੀ ਜਦੋਂ ਸਮਾਜ ਸੇਵੀਆਂ ਦਾ ਰੌਲਾ ਪਿਆ ਗਾ, ਮੈਂ ਉਦੋਂ ਇੱਕ ਮੇਰੀ ਡੀਡੀ ਪੰਜਾਬੀ ਵਾਲਿਆਂ ਨੇ ਇੰਟਰਵਿਊ ਲਈ ਸੀਗੀ, ਮੈਂ ਉਦੋਂ ਵੀ ਇਹੀ ਗੱਲ ਕਹੀ ਸੀਗੀ, ਜੇਕਰ ਸਾਡੇ ਕੋਲੋਂ ਕੋਈ ਡੋਨੇਸ਼ਨ ਦੇਣ ਵਾਲੇ ਹਿਸਾਬ ਕਿਤਾਬ ਮੰਗਦੇ ਆ ਕਿ ਸਾਨੂੰ ਹਿਸਾਬ ਕਿਤਾਬ ਦੇਣਾ ਚਾਹੀਦਾ। ਤੇ ਮੈਂ ਆਪਣੀ ਸੰਸਥਾ ਬਾਰੇ ਉਦੋਂ ਵੀ ਐਲਾਨ ਇਹੀ ਕੀਤਾ ਸੀਗਾ, ਜੇਕਰ ਸਾਨੂੰ ਕੋਈ ਡੋਨੇਸ਼ਨ ਨਹੀਂ ਵੀ ਦਿੰਦਾ, ਭਾਵੇਂ 4 ਸਾਲ ਦਾ ਬੱਚਾ ਆ ਕੇ ਕਹਿ ਦੇਵੇ ਮੈਨੂੰ ਅੰਕਲ ਜੀ ਮੈਂ ਤੁਹਾਡੇ ਕੋਲੋਂ ਬਿਰਧ ਆਸ਼ਰਮ ਦਾ ਹਿਸਾਬ ਲੈਣਾ ਗਾ, ਮੈਂ ਉਹਨਾਂ ਨੂੰ ਉਦੋਂ ਐਲਾਨ ਕੀਤਾ ਸੀ ਖੁੱਲ੍ਹਾ, ਸਾਡੇ ਕੋਲ ਜਦੋਂ ਮਰਜ਼ੀ ਆ ਕੇ ਤੁਸੀਂ ਹਿਸਾਬ ਕਿਤਾਬ ਲੈ ਸਕਦੇ ਆ ਜੀ। ਜੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਪਹਿਲੀ ਗੱਲ ਤਾਂ ਤੁਹਾਡਾ ਸ਼ੁਕਰੀਆ ਇਸ ਗੱਲ ਦਾ ਕਿ ਤੁਸੀਂ ਜਿਹੜੇ ਬਜ਼ੁਰਗਾਂ ਦੀ ਸੇਵਾ ਕਰ ਰਹੇ ਹੋ, ਬਹੁਤ ਵੱਡੀ ਸੇਵਾ ਆ, ਬੜੀ ਮਾਣ ਵਾਲੀ ਗੱਲ ਆ ਪੰਜਾਬ ਪੁਲਿਸ ਦੇ ਲਈ ਵੀ, ਕਿਉਂਕਿ ਪੰਜਾਬ ਪੁਲਿਸ ਦੇ ਅੱਗੇ ਆਪਾਂ ਬਹੁਤ ਗੱਲਾਂ ਕੀਤੀਆਂ ਨੇ, ਜ਼ਿਕਰ ਕੀਤੇ ਨੇ, ਪਰ ਮੈਂ ਦੁਬਾਰਾ ਨਹੀਂ ਕਰਨਾ ਚਾਹੁੰਦਾ। ਤੁਹਾਡੇ ਅੱਗੇ ਨੌਜਵਾਨਾਂ ਨੂੰ ਅੱਗੇ ਆਉਣ ਦੀ ਲੋੜ ਆ, ਅੱਗੇ ਆ ਕੇ ਜਿਹੜਾ ਬਜ਼ੁਰਗਾਂ ਦੀ ਸੇਵਾ ਕਰਨ ਦੀ ਲੋੜ ਆ। ਪੰਜਾਬ ਪੁਲਿਸ ਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਆਫੀਸਰ ਵੀ ਹੈਗੇ ਨੇ ਜਿਹੜੇ ਕਿ ਸੇਵਾ ਕਰ ਸਕਦੇ ਨੇ, ਕਿਉਂਕਿ ਉਹਨਾਂ ਦੀਆਂ ਚੰਗੀਆਂ ਤਨਖਾਹਾਂ ਆਉਂਦੀਆਂ ਨੇ, ਪਰ ਇਹ ਨੌਜਵਾਨ ਬੇਸ਼ੱਕ ਅਹੁਦਾ ਛੋਟਾ ਆ ਪਰ ਸੇਵਾ ਬਹੁਤ ਵੱਡੀ ਕਰ ਰਿਹਾ। ਅਸੀਂ ਇਹਨਾਂ ਨਾਲ ਅੱਗੇ ਤੋਂ ਵੀ ਰਾਬਤਾ ਕਾਇਮ ਰੱਖਾਂਗੇ, ਕਿਉਂਕਿ ਸਮੇਂ-ਸਮੇਂ 'ਤੇ ਜਦ ਵੀ ਇਹਨਾਂ ਨੂੰ ਪੈਸੇ ਦੀ ਲੋੜ, ਡੋਨੇਟ ਜਾਂ ਕਿਸੇ ਚੀਜ਼ ਦੀ ਲੋੜ ਪੈਂਦੀ ਆ ਤਾਂ ਅਸੀਂ ਵੀ ਇਹਨਾਂ ਦਾ ਸਾਥ ਦਿੰਦੇ ਰਹਾਂਗੇ। ਸਾਡੇ ਚੈਨਲ ਰਾਹੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਇੱਕ ਨੌਜਵਾਨ ਜਿਹੜਾ ਪੰਜਾਬ ਪੁਲਿਸ ਦਾ ਨੌਜਵਾਨ ਆ ਉਹ ਲੋਕਾਂ ਦੀ ਸੇਵਾ ਕਿੱਦਾਂ ਕਰ ਰਿਹਾ। ਬਹੁਤ ਵਧੀਆ ਗੱਲ ਇਹਨਾਂ ਵਾਸਤੇ। ਵਧੇਰੇ ਅਪਡੇਟਸ ਲਈ ਜੁੜੇ ਰਹੋ
ਕੈਮਰਾਮੈਨ ਹੈਰੀ ਦੇ ਨਾਲ ਸੁਖ ਗਿੱਲ ਮੋਗਾ ਔਨ 에ਅਰ ਲੁਧਿਆਣਾ ਟਾਈਮਜ਼।